सत श्री अकाल स्टूडेंट्स। अज ਆਪਾਂ ਜਿਹੜਾ टॉपिक करना ਉਹਦਾ नाम है न्यूक्लीयर पावर प्लांट। सो पावर प्लांट ਆਪਾਂ कर रहे ਸੀਗੇ, ਆਪਾਂ ਪਹਿਲਾਂ कर चुके हैं थर्मल पावर प्लांट, हाइड्रो पावर प्लांट, डीजल पावर प्लांट। सो ਉਹੀ सीरीज़ ਨੂੰ ਅੱਗੇ कंटिन्यू ਕਰਦੇ ਆਪਾਂ ਅੱਜ न्यूक्लीयर पावर प्लांट स्टडी करना है। सो न्यूक्लीयर एनर्जी ਦੇ ਬਾਰੇ ਤੁਹਾਨੂੰ ਜਿਹੜਾ ਆ ਸੋਰਸਿਸ ਆਫ એનર્ਜੀ ਦੇ ਵਿੱਚ ਵੀ ਥੋੜਾ ਜਿਹਾ ਮੈਂ ਦੱਸਿਆ ਸੀਗਾ ਕਿ न्यूक्ਲੀयर ਪਾਵਰ ਪਲਾਂਟ ਜਿਹੜਾ ਹੁੰਦਾ ਕਿਸ ਤਰੀਕੇ ਨਾਲ ਕੰਮ ਕਰਦੇ ਆ। ਸੋ न्यूक्ਲੀयर ਪਾਵਰ ਪਲਾਂਟ ਨੂੰ ਜਿਹੜਾ ਯੂਜ਼ ਕਰਨ ਦਾ ਸਭ ਤੋਂ ਮੇਨ ਰੀਜ਼ਨ ਆ ਉਹ ਇਹੀ ਆ ਕਿ ਜਿਹੜਾ न्यूक्ਲੀयर ਪਾਵਰ ਪਲਾਂਟ ਹੁੰਦਾ ਨਾ, ਉਹ ਤੋਂ ਆਪਾਂ ਬਹੁਤ ਸਾਰੀ એનર્ਜੀ ਜਿਹੜੀ ਆ ਉਹ ਪ੍ਰੋਡਿਊਸ ਕਰ ਸਕਦੇ ਹਾਂ। ਬਟ ਬਹੁਤ ਸਾਰੀ એનર્ਜੀ ਤਾਂ ਆਪਾਂ ਪ੍ਰੋਡਿਊਸ ਕਰ ਸਕਦੇ ਹਾਂ, ਬਟ ਮੇਨ ਡਿਸਐਡਵਾਂਟੇਜ ਹੈ ਉਹਦੀ ਰੇਡੀਏਸ਼ਨ ਅਤੇ ਜਿਹੜਾ ਉਹਦੀ ਇਨੀਸ਼ੀਅਲ ਕੋਸਟ ਆਉਂਦੀ ਆ। ਬਿਕੋਜ਼ ਬਹੁਤ ਹੀ ਸਕਿਲਡ ਪਰਸਨ ਚਾਹੀਦੇ ਆ ਇੱਥੇ ਕੰਮ ਕਰਨ ਵਾਸਤੇ, ਬਿਕੋਜ਼ ਰੇਡੀਓ ਐਕਟੀਵਿਟੀ ਜਿਹੜੀ ਆ ਉਹ ਆਪਾਂ ਨੂੰ ਦਿਖਦੀ ਨਹੀਂ ਹੈ, ਬਟ ਹਿਊਮਨ ਬੋਡੀ ਦੇ ਉੱਪਰ ਬਹੁਤ ਨੈਗੇਟਿਵ ਇਫੈਕਟ ਹੁੰਦਾ ਉਸ ਚੀਜ਼ ਦਾ। ਕਾਫੀ ਐਕਸੀਡੈਂਟ ਵੀ ਹੋ ਚੁੱਕੇ ਆ ਜਿਹੜੇ न्यूक्ਲੀਅਰ ਪਾਵਰ ਪਲਾਂਟ ਉਹਨਾਂ ਦੇ ਵਿੱਚ। ਲਾਈਕ ਸਭ ਤੋਂ ਜਿਹੜਾ ਮੇਜਰ ਸੀਗਾ ਉਹ ਚਰਨੋਬਲ, ਜਿਹੜਾ ਰਸ਼ੀਆ ਦੇ ਵਿੱਚ ਇੱਕ ਸੀਗਾ न्यूक्ਲੀਅਰ ਪਾਵਰ ਪਲਾਂਟ ਚਰਨੋਬਲ 1986 ਦੇ ਵਿੱਚ। ਉੱਥੇ ਬਹੁਤ ਭਿਆਨਕ ਇੱਕ ਹਾਦਸਾ ਹੋਇਆ ਸੀ। ਸੋ ਜਿਹਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਲੋਕ, ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਸੀ ਮਰੇ ਸੀਗੇ, ਅਤੇ ਕਾਫੀ ਜਿਹੜਾ ਬਹੁਤ ਵਾਈਡ ਏਰੀਆ ਜਿਹੜਾ ਸੀ ਰਸ਼ੀਆ ਦਾ, ਉਹ ਕਿਸੇ ਇਫੈਕਟ ਹੋਇਆ ਸੀਗਾ ਉਹਦੀ ਰੇਡੀਏਸ਼ਨ ਦੇ ਨਾਲ। ਸਿਮਿਲਰਲੀ ਫੁਕੂਸ਼ੀਮਾ ਜਾਪਾਨ ਦੇ ਵਿੱਚ ਜਦੋਂ ਸੁਨਾਮੀ ਆਈ ਸੀ, ਉਸ ਟਾਈਮ ਦੇ ਉੱਪਰ ਵੀ ਉਹ ਵੀ ਜਿਹੜਾ ਪਲਾਂਟ ਸੀ ਉੱਥੇ ਵੀ ਇਹ ਚੀਜ਼ ਜਿਹੜੀ ਕਾਫੀ ਖਰਾਬ ਕੀਤਾ ਸੀ ਕੰਮ। ਇਹਨੂੰ ਕੰਟਰੋਲ ਕਰਨਾ ਵੀ ਬਹੁਤ ਮੁਸ਼ਕਿਲ ਹੁੰਦਾ। ਸੋ ਇਹੀ ਇਹਦੀ ਜਿਹੜੀ ਆ ਮੇਜਰ ਇੱਕ ਡਿਸਐਡਵਾਂਟੇਜ ਆ। ਬਟ ਜੇ ਇਹਨੂੰ ਆਪਾਂ ਕੰਟਰੋਲਡ ਵੇ ਦੇ ਨਾਲ ਆਪਾਂ ਜਿਹੜਾ ਹੈ ਇਸ ਐਨਰਜੀ ਨੂੰ ਕੰਟਰੋਲਡ ਵੇ ਦੇ ਨਾਲ ਇੱਥੋਂ ਹੀਟ ਪ੍ਰੋਡਿਊਸ ਕਰਕੇ ਅਤੇ ਅੱਗੇ ਆਪਾਂ ਯੂਜ਼ ਕਰੀਏ, ਆਪਣੇ ਸਹੀ ਤਰੀਕੇ ਨਾਲ ਇਹਨੂੰ ਯੂਟੀਲਾਈਜ਼ ਕਰੀਏ न्यूक्ਲੀਅਰ ਜਿਹੜੀ ਐਨਰਜੀ ਹੈ ਇਹਨੂੰ, ਤਾਂ ਆਪਾਂ ਨੂੰ ਬਹੁਤ ਜ਼ਿਆਦਾ ਐਡਵਾਂਟੇਜ ਆ ਉਹਦਾ। ਬਿਕੋਜ਼ ਤੁਸੀਂ ਦੇਖੋ, ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜਿਹੜਾ 1 ਕਿਲੋਗ੍ਰਾਮ ਜਿਹੜਾ 1 kg न्यूक्ਲੀਅਰ ਫਿਊਲ ਆ 2500 ਟਨ ਕੋਲ ਦੇ ਬਰਾਬਰ ਜਿਹੜਾ ਹੈ ਐਨਰਜੀ ਪ੍ਰੋਡਿਊਸ ਕਰਦਾ, ਠੀਕ ਆ। ਅਤੇ ਜਿਹੜਾ ਇਹਦਾ ਟੋਟਲ ਐਨਰਜੀ ਹੁੰਦੀ ਹੈ 23 ਗੁਣਾ ਜ਼ਿਆਦਾ ਹੁੰਦੀ ਹੈ ਜਿੰਨੇ ਵੀ ਆਪਾਂ ਨੂੰ ਜਿਹੜੇ ਆ ਕਨਵੈਨਸ਼ਨਲ ਸੋਰਸਿਸ ਆਪਾਂ ਨੂੰ ਇਸ ਟਾਈਮ ਪਤਾ ਆ। ਕਨਵੈਨਸ਼ਨਲ ਸੋਰਸਿਸ ਮਤਲਬ ਕਿ ਜਿਹੜੇ ਖਤਮ ਹੋਣ ਵਾਲੇ ਸੋਰਸ ਆ, ਜਿਹੜੇ ਸੋਰਸ ਆਪਣੇ ਥੋੜ੍ਹੇ ਟਾਈਮ ਤੱਕ ਖਤਮ ਹੋ ਸਕਦੇ ਆ, ਜਿਨ੍ਹਾਂ ਨੂੰ ਬਾਰ-ਬਾਰ ਆਪਾਂ ਨਹੀਂ ਯੂਜ਼ ਕਰ ਸਕਦੇ। ਜੇ ਆਪਾਂ ਉਸ ਟੋਟਲ ਉਹਨਾਂ ਦਾ ਐਨਰਜੀ ਕਰ ਲਈਏ, ਉਹ ਜਿਹੜੀ ਐਨਰਜੀ ਹੋਊਗੀ 23 ਗੁਣਾ ਜ਼ਿਆਦਾ ਹੋਊਗੀ न्यूक्ਲੀਅਰ ਦੀ ਐਨਰਜੀ ਉਹਨਾਂ ਸਾਰੀਆਂ ਐਨਰਜੀਜ਼ ਦੇ ਨਾਲੋਂ। ਅਤੇ ਦੇਖੋ ਕੋਲ ਜਿਹੜਾ ਆ, ਕੋਲ ਆਪਾਂ ਨੂੰ ਜਿਹੜਾ ਆ ਇੱਕ ਕਨਵੈਨਸ਼ਨਲ ਸੋਰਸ ਹੀ ਆ, ਇਹਨੂੰ ਬਣਨ ਦੇ ਵਿੱਚ 100 ਸਾਲ ਤੋਂ ਵੱਧ ਦਾ ਸਮਾਂ ਲੱਗ ਜਾਂਦਾ। ਸੋ ਆਪਣਾ ਕੋਲ ਵੀ ਬਹੁਤ ਜ਼ਿਆਦਾ ਬਚਦਾ ਹੈ। ਕਿੱਥੇ 1 kg ਜਿਹੜਾ न्यूक्ਲੀਅਰ ਫਿਊਲ ਹੋਣਾ, ਕਿੱਥੇ 2500 ਟਨ ਕੋਲ ਹੋਣਾ। ਸੋ ਆਪਾਂ ਨੂੰ ਤਾਂ ਫਾਇਦਾ ਹੀ ਹੈ न्यूक्ਲੀਅਰ ਫਿਊਲ ਯੂਜ਼ ਕਰਨ ਦਾ। ਅਤੇ ਹਾਂ, ਇੱਕ ਗੱਲ ਹੋਰ ਆ, ਜਿਹੜਾ न्यूक्ਲੀਅਰ ਫਿਊਲ ਹੁੰਦਾ ਨਾ, ਇਹਨੂੰ ਆਪਾਂ ਰੀਯੂਜ਼ ਕਰ ਸਕਦੇ ਹਾਂ। ਆਪਣੇ ਇੱਥੇ ਜਿਹੜਾ ਆ ਤਾਮਿਲਨਾਡੂ, ਗੁਜਰਾਤ, ਉੱਤਰ ਪ੍ਰਦੇਸ਼, ਕਾਫੀ ਜਗ੍ਹਾ ਦੇ ਉੱਪਰ ਇਹ ਪਲਾਂਟ ਹੈਗੇ ਆ। 7380 ਮੈਗਾਵਾਟ ਐਨਰਜੀ ਵੀ ਪ੍ਰੋਡਿਊਸ ਕਰਦੇ ਆ। ਸਭ ਤੋਂ ਮੇਨ ਇੱਕ ਜਿਹੜਾ ਤਾਰਾਪੁਰ न्यूक्ਲੀਅਰ ਪਾਵਰ ਪਲਾਂਟ ਆ। ਸੋ ਉੱਥੇ ਤੁਸੀਂ ਡਾਕੂਮੈਂਟਰੀ ਵੀ ਦੇਖ ਸਕਦੇ ਆ YouTube ਦੇ ਉੱਪਰ, ਜੇ ਤੁਸੀਂ ਦੇਖਣੀ ਚਾਹੋ ਤਾਂ ਉਹਦੇ ਉੱਪਰ ਡਾਕੂਮੈਂਟਰੀਜ਼ ਵੀ ਕਾਫੀ ਬਣ ਚੁੱਕੀਆਂ। ਸੋ ਉੱਥੇ ਫਿਊਲ ਜਿਹੜਾ ਹੁੰਦਾ ਨਾ, ਆਪਾਂ ਉਹਨੂੰ ਰੀਯੂਜ਼ ਕਰ ਲੈਂਦੇ ਹਾਂ। ਇੱਕ ਵਾਰ ਆਪਾਂ ਯੂਜ਼ ਕਰ ਲਿਆ, ਉਹਨੂੰ ਦੁਬਾਰਾ ਆਪਾਂ ਕੀ ਕਰਦੇ ਹਾਂ, ਪਾਣੀ ਦੇ ਵਿੱਚ ਰੱਖਦੇ ਹਾਂ, ਅਤੇ ਜਿਹਦੇ ਕਰਕੇ ਕਿ ਆਪਣੀ ਐਨਰਜੀ ਜਿਹੜੀ ਹੁੰਦੀ ਦੁਬਾਰਾ ਗੇਨ ਕਰ ਲੈਂਦਾ, ਉਹਨੂੰ ਆਪਾਂ ਮਲਟੀਪਲ ਟਾਈਮ ਯੂਜ਼ ਕਰ ਸਕਦੇ ਹਾਂ। ਸੋ ਅਟੋਮਿਕ ਐਨਰਜੀ ਜਿਹੜਾ ਬਹੁਤ ਇੰਪੋਰਟੈਂਟ ਸੋਰਸ ਹੈ, ਕਿ ਇਸੇ ਕਰਕੇ ਕਿਉਂ ਇੰਪੋਰਟੈਂਟ ਆ, ਕਿਉਂਕਿ ਇਹ ਤੋਂ ਆਪਾਂ ਬਹੁਤ ਸਾਰੀ ਐਨਰਜੀ ਜਿਹੜੀ ਆ ਪ੍ਰੋਡਿਊਸ ਕਰ ਸਕਦੇ ਹਾਂ। ਬਟ ਇਹਨੂੰ ਸਹੀ ਤਰੀਕੇ ਨਾਲ ਯੂਜ਼ ਕਰਨਾ ਆਉਣਾ ਚਾਹੀਦਾ न्यूक्ਲੀਅਰ ਫਿਊਲ ਨੂੰ। ਅਦਰਵਾਈਜ਼ ਕੀ ਆ, ਇੱਕ ਚਿੰਤਾ ਦਾ ਵਿਸ਼ਾ ਵੀ ਬਣ ਸਕਦਾ ਤੁਹਾਡੇ ਵਾਸਤੇ ਜੇ ਆਪਾਂ ਇਹਨੂੰ ਸਹੀ ਤਰੀਕੇ ਨਾਲ ਯੂਜ਼ ਨਹੀਂ ਕਰਦੇ, ਜਾਂ ਕੰਟਰੋਲਡ ਰਿਐਕਸ਼ਨ ਆਪਾਂ ਇਹਦੇ ਨਾਲ ਨਹੀਂ ਕਰਾਉਂਦੇ। ਕਿਉਂਕਿ ਬਹੁਤ ਸਾਰੀ ਹੀਟ ਪ੍ਰੋਡਿਊਸ ਹੁੰਦੀ ਆ, ਉਹ ਹੀਟ ਜਿਹੜੀ ਹੁੰਦੀ ਆਪਾਂ ਨੂੰ ਕੰਟਰੋਲ ਕਰਕੇ ਪ੍ਰੋਡਿਊਸ ਕਰਨੀ ਪੈਂਦੀ। ਜੇ ਆਪਾਂ ਜਿਹੜੀ ਹੀਟ ਬਣ ਰਹੀ ਹੈ ਉਹਨੂੰ ਕੰਟਰੋਲ ਨਾ ਕਰਾਂਗੇ ਤਾਂ ਉਹ ਕੀ ਆ, ਆਪਣੇ ਲਈ ਖਤਰੇ ਦਾ ਕਾਰਨ ਬਣ ਸਕਦੀ ਆ। ਸੋ ਆਹ ਦੇਖੋ, ਇਹ ਇੱਕ ਆਪਣੇ ਕੋਲ न्यूक्ਲੀਅਰ ਪਾਵਰ ਪਲਾਂਟ ਦਾ ਇੱਕ ਵਿਊ ਆ, ਛੋਟਾ ਜਿਹਾ। ਦੇਖਣ ਨੂੰ ਤੁਹਾਨੂੰ ਥੋੜ੍ਹਾ ਜਿਹਾ ਥਰਮਲ ਪਾਵਰ ਪਲਾਂਟ ਦੇ ਵਰਗਾ ਹੀ ਲੱਗੂਗਾ ਵਿਊ ਇਹ। ਲਾਈਕ ਜਿੱਦਾਂ ਥਰਮਲ ਪਾਵਰ ਪਲਾਂਟ ਦੇ ਵਿੱਚ ਆਪਣੇ ਹੁੰਦੇ ਆ ਨਾ ਕੂਲਿੰਗ ਟਾਵਰ ਦੇ, ਦੇਖੋ ਇਹਦੇ ਵਿੱਚ ਵੀ ਆ 3 ਕੂਲਿੰਗ ਟਾਵਰ ਲੱਗੇ ਹੋਏ ਆ। न्यूक्ਲੀਅਰ ਪਾਵਰ ਪਲਾਂਟ ਦੇ ਵਿਊ ਆ ਇਹ। ਆ ਵੀ ਆਪਣੇ न्यूक्ਲੀਅਰ ਪਾਵਰ ਪਲਾਂਟ ਦਾ ਹੀ ਇੱਕ ਵਿਊ ਆ, ਜਿਹਦੇ ਵਿੱਚ ਤੁਸੀਂ ਦੇਖੋ 2 ਆਪਣੇ ਕੋਲ ਕੀ ਆ, ਕੂਲਿੰਗ ਟਾਵਰ ਆ। ਅਤੇ ਆਹ ਜਿਹੜੇ 2 ਤੁਸੀਂ ਦੇਖ ਰਹੇ ਹੋ ਚੈਂਬਰ ਦੇ ਵਿੱਚ, ਇਹ ਆਪਣੇ ਕੋਲ ਰਿਐਕਟਰ ਨੇ, ਠੀਕ ਆ। ਰਿਐਕਟਰ ਹੁੰਦੇ ਆ ਜਿੱਥੇ ਆਪਣੇ, ਜਿੱਦਾਂ ਆਪਣੇ ਥਰਮਲ ਪਾਵਰ ਪਲਾਂਟ ਦੇ ਵਿੱਚ ਬੋਇਲਰ ਹੁੰਦੇ ਆ, ਥਰਮਲ ਪਾਵਰ ਪਲਾਂਟ ਦੇ ਵਿੱਚ ਜਿਸ ਤਰ੍ਹਾਂ ਆਪਣੇ ਬੋਇਲਰ ਹੁੰਦੇ ਆ ਨਾ, ਉਸੇ ਤਰ੍ਹਾਂ ਆਪਣੇ ਜਿਹੜੇ ਹੁੰਦੇ ਆ न्यूक्ਲੀਅਰ ਪਾਵਰ ਪਲਾਂਟ ਦੇ ਵਿੱਚ ਰਿਐਕਟਰ ਹੁੰਦੇ ਆ। ਉੱਥੇ ਬੋਇਲਰ ਕੀ ਕੰਮ ਕਰਦਾ, ਪਾਣੀ ਨੂੰ ਬੋਇਲ ਕਰਦਾ। ਇੱਥੇ ਵੀ ਰਿਐਕਟਰ ਵੀ ਜਿਹੜਾ ਕੀ ਕੰਮ ਕਰਦਾ, ਪਾਣੀ ਨੂੰ ਬੋਇਲ ਕਰਨ ਵਾਸਤੇ ਐਨਰਜੀ ਪ੍ਰੋਡਿਊਸ, ਹੀਟ ਐਨਰਜੀ ਜਿਹੜੀ ਪ੍ਰੋਡਿਊਸ ਕਰਦਾ। ਅਤੇ ਇੱਕ ਚੀਜ਼ ਹੋਰ ਦੇਖੋ, ਤੁਹਾਨੂੰ ਉੱਥੇ ਚਿਮਨੀ ਨਹੀਂ ਦੇਖਣ ਨੂੰ ਮਿਲੂਗੀ। ਇੱਥੇ ਤੁਹਾਨੂੰ ਚਿਮਨੀ ਨਹੀਂ ਦੇਖਣ ਨੂੰ ਮਿਲੇ। ਲਾਸਟ ਇਮੇਜ ਦੇ ਵਿੱਚ ਤੁਸੀਂ ਦੇਖੋਗੇ ਇੱਥੇ ਤੁਹਾਡੇ ਕੋਲ ਚਿਮਨੀਜ਼ ਹੈਗੀਆਂ, ਠੀਕ ਆ। ਬਟ ਇੱਥੇ ਚਿਮਨੀਜ਼ ਦਾ ਕੋਈ ਬਹੁਤਾ ਖਾਸ ਯੂਜ਼ ਨਹੀਂ ਹੁੰਦਾ, ਇਸੇ ਕਰਕੇ ਇੱਥੇ ਵੀ ਆ ਦੇਖੋ ਚਿਮਨੀਜ਼ ਹੈ ਨਹੀਂ ਗਿਆ। ਅਗਲੀ ਇਮੇਜ ਵੀ ਦੇਖੋ, ਇਹਦੇ ਵਿੱਚ ਵੀ ਆ ਦੇਖੋ ਚਿਮਨੀਆਂ ਹੈਗੀਆਂ, ਜਿਹਦੇ ਵਿੱਚੋਂ ਕੋਈ ਵੀ ਬਟ ਧੂੰਆਂ ਨਹੀਂ ਨਿਕਲ ਰਿਹਾ ਕਿਸੇ ਵੀ ਚਿਮਨੀ ਦੇ ਵਿੱਚੋਂ। ਕਿਉਂ ਨਹੀਂ ਨਿਕਲ ਰਿਹਾ?
क्योंकि ਜਿਹੜਾ ਆਪਣਾ ਸਟੀਮ ਪਾਵਰ ਪਲਾਂਟ ਜਾਂ ਥਰਮਲ ਪਾਵਰ ਪਲਾਂਟ ਜਿੱਥੇ ਆਪਾਂ ਕੋਲ ਯੂਜ਼ ਕਰਦੇ ਹਾਂ ਉੱਥੇ ਤਾਂ ਫਲੂ ਗੈਸਸ ਜਿਹੜੀਆਂ ਹੁੰਦੀਆਂ ਉਹ ਬਾਹਰ ਨਿਕਲਦੀਆਂ, ਬਟ ਇਹਦੇ ਵਿੱਚ ਕੋਈ ਵੀ ਫਲੂ ਗੈਸਸ ਜਿਹੜੀਆਂ ਆ ਪ੍ਰੋਡਿਊਸ ਨਹੀਂ ਹੁੰਦੀਆਂ ਜੇ ਦੇਖਿਆ ਜਾਵੇ ਤਾਂ। ਵੈਸੇ ਵੀ ਜਿਹੜਾ ਆਪਣਾ ਇਹਦਾ ਫਿਊਲ ਵੀ ਹੁੰਦਾ ਉਹ ਡਾਇਰੈਕਟ ਜਿਹੜਾ ਆ ਉਹਦੀ ਰੇਡੀਏਸ਼ਨ ਬਹੁਤ ਜ਼ਿਆਦਾ, ਵੈਸੇ ਤਾਂ ਆਪਾਂ ਉਹਦੀ ਰੇਡੀਏਸ਼ਨ ਇੰਨੀ ਨਹੀਂ ਹੁੰਦੀ ਜਦੋਂ ਨੈਚੁਰਲ ਫਾਰਮ ਦੇ ਵਿੱਚ ਮਿਲਦਾ, ਬਟ ਜਦੋਂ ਆਪਾਂ ਉਹਨੂੰ ਪ੍ਰੋਸੈਸ ਕਰਦੇ ਹਾਂ, ਰੀਚ ਕਰਦੇ ਹਾਂ, ਉਸ ਟਾਈਮ ਕੀ ਹੁੰਦਾ ਆ, ਉਸ ਟਾਈਮ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈ ਰੇਡੀਓ ਐਕਟੀਵਿਟੀ ਆ ਜਾਂਦੀ ਹੈ, ਜਿਹਦੇ ਕਰਕੇ ਉਹਨੂੰ ਏਅਰ ਦੇ ਵਿੱਚ ਛੱਡਣਾ ਜਿਹੜਾ ਹੁੰਦਾ ਨਾ ਬਹੁਤ ਖਤਰਨਾਕ ਹੁੰਦਾ। ਆਲੇ ਦੁਆਲੇ ਏਰੀਏ ਦੇ ਵਿੱਚ ਰੇਡੀਏਸ਼ਨ ਫੈਲ ਸਕਦੀ ਹੈ, ਹਿਊਮਨ ਬੋਡੀ 'ਤੇ ਬਹੁਤ ਮਾੜਾ ਪ੍ਰਭਾਵ ਪਾਉਂਦੀ ਹੈ। ਇਸ ਕਰਕੇ ਇਹਦੇ ਵਿੱਚ ਚਿਮਨੀਜ਼ ਵਗੈਰਾ ਦਾ ਬਹੁਤਾ ਕੋਈ ਖਾਸ ਰੋਲ ਨਹੀਂ ਹੁੰਦਾ। ਹਾਂ, ਐਮਰਜੈਂਸੀ ਵਾਸਤੇ ਚਿਮਨੀਜ਼ ਆਪਾਂ ਲਾ ਸਕਦੇ ਹਾਂ, ਲਾਈਕ ਜਿੱਦਾਂ ਫੁਕੂਸ਼ੀਮਾ ਪਾਵਰ ਪਲਾਂਟ ਦੇ ਵਿੱਚ ਵੀ ਕੀ ਹੋਇਆ ਸੀਗਾ ਲਾਸਟ ਟਾਈਮ 'ਤੇ, ਜਦੋਂ ਫੁਕੂਸ਼ੀਮਾ ਉੱਥੇ ਸੁਨਾਮੀ ਆਈ ਸੀ ਜਾਪਾਨ ਦੇ ਵਿੱਚ, ਤਾਂ ਜਿਹੜਾ ਆਪਣਾ ਓਸ਼ਨ ਆ ਉਹਦੇ ਬਿਲਕੁਲ ਕਿਨਾਰੇ ਦੇ ਉੱਪਰ ਹੀ ਸੀ ਉਹ ਜਿਹੜਾ ਪਾਵਰ ਪਲਾਂਟ ਸੀ। ਸੋ ਉੱਥੇ ਕੀ ਹੋਇਆ ਸੀ, ਜਦੋਂ ਆਪਣਾ ਸਪਲਾਈ ਵਾਟਰ ਦੇ ਜਿਹੜੇ ਪੰਪ ਸੀ ਉਹ 'ਚ ਕੰਮ ਕਰਨਾ ਉਹਨਾਂ ਨੇ ਬੰਦ ਕਰਤਾ, ਪਾਣੀ ਜਿਹੜੇ ਪੰਪ ਕਰਦੇ ਹੁੰਦੇ ਆ ਨਿਊ ਰਿਐਕਟਰ ਦੇ ਵਿੱਚ, ਸੋ ਪਾਣੀ ਜਿਹੜਾ ਹੁਣ ਰਿਐਕਟਰ ਦੇ ਵਿੱਚ ਜਾਣਾ ਬੰਦ ਹੋ ਗਿਆ, ਜਿਹਦੇ ਕਰਕੇ ਹੋਇਆ ਰਿਐਕਟਰ ਬਹੁਤ ਜ਼ਿਆਦਾ ਹੀਟ ਹੋ ਗਿਆ। ਜਿਹੜੇ ਟੈਂਪਰਰੀ ਸੀਗੇ, ਟੈਂਪਰਰੀ ਜਿਹੜੇ ਪੰਪ ਸੀ, ਡੀਜ਼ਲ ਪੰਪ ਸੀ ਜਿਹੜੇ ਡੀਜ਼ਲ ਦੇ ਨਾਲ ਯਾਨੀ ਕਿ ਬੈਕਅਪ ਸਪਲਾਈ ਜਿਹਨੂੰ ਆਪਾਂ ਕਹਿ ਸਕਦੇ, ਬੈਕਅਪ ਸਪਲਾਈ ਨਾਲ ਜਿਹੜੇ ਪੰਪ ਚੱਲਦੇ ਸੀ ਉਹਨਾਂ ਨੇ ਪਾਣੀ ਨੂੰ ਫਲੋ ਕਰਨਾ ਸ਼ੁਰੂ ਕਰਤਾ। ਕਈਆਂ ਦੇ ਵਿੱਚ ਤਾਂ ਹੋ ਗਿਆ, ਬਟ ਕਈ ਜਿਹੜੇ 2 ਯੂਨਿਟ 4 ਯੂਨਿਟ ਸੀ ਵਿੱਚ 2 ਦੇ ਵਿੱਚ ਜਿਹੜਾ ਆ ਉਹ ਚੱਲਣਾ ਸਟਾਰਟ ਹੋ ਗਿਆ, ਬਾਕੀ 2 ਜਿਹੜੇ ਸੀ ਉਹਨਾਂ ਦੇ ਵਿੱਚ ਬੈਕਅਪ ਸਪਲਾਈ ਨੇ ਇੱਕ ਵੀ ਕੰਮ ਨਹੀਂ ਕੀਤਾ। ਸੋ ਉਸ ਟਾਈਮ ਕੀ ਸੀਗਾ, ਉਸ ਟਾਈਮ ਜਿਹੜਾ ਸੀਗਾ ਉਹਦੇ ਜਿਹੜੇ ਵੈਂਟ ਸੀਗੇ ਉਹ ਓਪਨ ਹੋ ਗਏ, ਅਤੇ ਜਿੰਨੀ ਵੀ ਜਿਹੜੀ ਸਟੀਮ ਜਿਹੜੀ ਐਕਸੈਸ ਸਟੀਮ ਬਣੀ ਸੀਗੀ ਉਹ ਐਕਸੈਸ ਸਟੀਮ ਜਿਹੜੀ ਆ ਫਿਰ ਇਹ ਚਿਮਨੀਜ਼ ਦੇ ਥਰੂ ਜਿਹੜਾ ਸੀਗਾ ਉਹ ਬਾਹਰ ਨਿਕਲ ਗਈ। ਬਟ ਅਦਰਵਾਈਜ਼ ਇਹ ਜਿਹੜੀਆਂ ਚਿਮਨੀਜ਼ ਹੁੰਦੀਆਂ ਇਹਨਾਂ ਦਾ ਕੋਈ ਖਾਸ ਇੰਨਾ ਯੂਜ਼ ਨਹੀਂ ਹੁੰਦਾ, ਇਹਨਾਂ ਦਾ ਯੂਜ਼ ਸਿਰਫ ਐਮਰਜੈਂਸੀ ਦੇ ਟਾਈਮ 'ਤੇ ਹੁੰਦਾ, ਜਦੋਂ ਵੀ ਜਿਹੜੇ ਮੇਰੇ ਰਿਐਕਟਰ ਹੁੰਦੇ ਆ ਉਹਨਾਂ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਆ ਪਾਣੀ ਨਾ ਜਾਵੇ ਜਾਂ ਕੂਲਿੰਗ ਪ੍ਰੋਪਰ ਉਹਨਾਂ ਦੀ ਵਰਕ ਨਾ ਕਰੇ ਜਿਹੜੀ। ਬਟ ਹੁਣ ਦੇਖੋ ਪਾਣੀ ਤਾਂ ਅੰਦਰ ਹੈਗਾ ਨਾ, ਪਾਣੀ ਤਾਂ ਉਹਦਾ ਬੋਇਲ ਹੋ ਹੀ ਜਾਣਾ, ਬਟ ਹੁਣ ਉਹ ਜਿਹੜਾ ਆਪਣਾ ਵਾਟਰ ਹੈਗਾ ਉਹ ਸਰਕੂਲੇਟ ਨਹੀਂ ਹੋ ਰਿਹਾ, ਉੱਥੇ ਹੀ ਗਰਮ ਹੋਈ ਜਾ ਰਿਹਾ, ਉਹਦੀ ਸਟੀਮ ਉੱਥੇ ਹੀ ਬਣੀ ਜਾ ਰਹੀ। ਸੋ ਪ੍ਰੈਸ਼ਰ ਬਹੁਤ ਜ਼ਿਆਦਾ ਬਣ ਜਾਂਦਾ ਉਸ ਟਾਈਮ 'ਤੇ। ਸੋ ਉਹ ਜਿਹੜਾ ਪ੍ਰੈਸ਼ਰ ਹੁੰਦਾ ਉਹ ਇਹਨਾਂ ਦੇ ਥਰੂ ਰਿਲੀਜ਼ ਹੋ ਸਕਦਾ, ਬਟ ਅਦਰਵਾਈਜ਼ ਇੱਥੇ ਦੇਖੋ ਇਹ ਜਿਹੜਾ ਹੁਣ ਆਹ ਇਮੇਜ ਦੇ ਵਿੱਚ ਕਿਤੇ ਵੀ ਤੁਹਾਨੂੰ ਚਿਮਨੀ ਨਹੀਂ ਨਜ਼ਰ ਆਊਗੀ, ਠੀਕ ਹੈ। ਸੋ ਇਹ ਅਸੀਂ ਨਿਊਕਲੀਅਰ ਪਾਵਰ ਪਲਾਂਟ ਦਾ ਇੱਕ ਤੁਹਾਨੂੰ ਇਮੇਜ ਸ਼ੋ ਕੀਤੀ ਸੀ ਕਿ ਕਿੱਦਾਂ ਦਾ ਹੁੰਦਾ ਦੇਖਣ ਨੂੰ ਨਿਊਕਲੀਅਰ ਪਾਵਰ ਪਲਾਂਟ। ਸੋ ਨਿਊਕਲੀਅਰ ਪਾਵਰ ਪਲਾਂਟ ਜਿਹੜਾ ਹੁੰਦਾ ਇੱਕ ਤਰ੍ਹਾਂ ਸਟੀਮ ਪਾਵਰ ਪਲਾਂਟ ਦੇ ਵਾਂਗੂ ਹੀ ਹੁੰਦਾ, ਜਿਹਦੇ ਵਿੱਚ ਆਪਾਂ ਬੋਇਲਰ ਨੂੰ ਕੀ ਕਰਦੇ ਹਾਂ, ਨਿਊਕਲੀਅਰ ਰਿਐਕਟਰ ਅਤੇ ਹੀਟ ਐਕਸਚੇਂਜਰ ਦੇ ਨਾਲ ਰੀਪਲੇਸ ਕਰ ਦਿੰਦੇ ਹਾਂ। ਸੋ ਨਿਊਕਲੀਅਰ ਰਿਐਕਟਰ ਜਿਹੜਾ ਹੁੰਦਾ ਉਹ ਪਾਰਟ ਹੁੰਦਾ ਹੈ ਜਿੱਥੇ ਆਪਣਾ ਫਿਜ਼ਨ ਚੇਨ ਰਿਐਕਸ਼ਨਸ ਹੁੰਦੀਆਂ। ਦੇਖੋ ਫਿਜ਼ਨ ਚੇਨ ਰਿਐਕਸ਼ਨ ਹੁੰਦੀਆਂ ਉਹ ਕਿਹੜੀਆਂ ਹੁੰਦੀਆਂ, ਕੰਟਰੋਲਡ ਹੁੰਦੀਆਂ, ਕਿਉਂਕਿ ਫਿਜ਼ਨ ਜਿਹੜੀ ਹੁੰਦੀ ਹੈ ਰਿਐਕਸ਼ਨ, ਫਿਜ਼ਨ ਅਤੇ ਫਿਊਜ਼ਨ ਦੇ ਵਿੱਚ ਤੁਹਾਨੂੰ ਥੋੜ੍ਹਾ ਜਿਹਾ ਮੈਂ ਡਾਊਟ ਕਲੀਅਰ ਕਰ ਦਿੰਦਾ। ਫਿਜ਼ਨ ਅਤੇ ਫਿਊਜ਼ਨ ਇਹ 2 ਚੀਜ਼ਾਂ ਹੁੰਦੀਆਂ, ਠੀਕ ਆ। ਜਿਹੜਾ ਤਾਂ ਆਪਣਾ ਨਿਊਕਲੀਅਰ ਪਾਵਰ ਪਲਾਂਟ ਹੁੰਦਾ ਇੱਥੇ ਆਪਾਂ ਫਿਜ਼ਨ ਪ੍ਰੋਸੈਸ ਯੂਜ਼ ਕਰਦੇ ਹਾਂ। ਫਿਜ਼ਨ ਪ੍ਰੋਸੈਸ ਦੇ ਵਿੱਚ ਕੀ ਹੁੰਦਾ ਆ, ਜਿਹੜਾ ਇੱਕ ਛੋਟਾ ਐਟਮ ਹੁੰਦਾ ਨਾ ਉਹ 2 ਹਿੱਸਿਆਂ ਦੇ ਵਿੱਚ ਸਪਲਿੱਟ ਹੋ ਜਾਂਦਾ। ਜਦੋਂ 2 ਹਿੱਸਿਆਂ ਦੇ ਵਿੱਚ ਸਪਲਿੱਟ ਹੁੰਦਾ ਨਾ ਉਦੋਂ ਉੱਥੇ ਕੀ ਆ, ਆਪਣੇ ਕੋਲ ਹੀਟ ਐਨਰਜੀ ਪ੍ਰੋਡਿਊਸ ਹੁੰਦੀ ਹੈ। ਹੁਣ ਦੇਖੋ ਇੱਕ ਮਟੀਰੀਅਲ ਦੇ ਵਿੱਚ ਜੇ ਆਪਾਂ ਇੱਕ ਛੋਟੀ ਕੋਈ ਵੀ ਮਟੀਰੀਅਲ ਦਾ ਕੋਈ ਛੋਟਾ ਜਿਹਾ 1 ਮੀਟਰ ਦਾ ਮੰਨ ਲਓ 1 ਸੈਂਟੀਮੀਟਰ ਦਾ ਆਪਾਂ ਪੀਸ ਵੀ ਚੱਕਦੇ ਹਾਂ ਤਾਂ ਉਹਦੇ ਵਿੱਚ ਜਿਹੜੇ ਆ ਮਿਲੀਅਨਸ ਆਫ ਐਟਮ ਹੁੰਦੇ ਆ। ਸੋ ਜਦੋਂ ਉਹ ਦੇਖੋ ਮਿਲੀਅਨਸ ਆਫ ਐਟਮ ਜਿਹੜੇ ਆ ਸਪਲਿਟ ਹੋਣਗੇ ਤਾਂ ਉੱਥੇ ਕਿੰਨੀ ਜ਼ਿਆਦਾ ਹੀਟ ਐਨਰਜੀ ਪ੍ਰੋਡਿਊਸ ਹੋਊਗੀ, ਅਤੇ ਉਹ ਸਪਲਿਟ ਹੋ ਹੀ ਜਾਣੇ, ਠੀਕ ਆ, ਬਾਰ-ਬਾਰ ਕੀ ਆ ਸਪਲਿਟ ਹੋ ਹੀ ਜਾਣੇ। ਸੋ ਉਹ ਜਦੋਂ ਤੱਕ ਆਪਾਂ ਉਹਨਾਂ ਨੂੰ ਕੰਟਰੋਲ ਨਹੀਂ ਕਰਦੇ, ਉਹ ਜਿਹੜੇ ਸਪਲਿਟ ਹੋ ਰਹੇ ਐਟਮ ਨਿਊਟਰੋਨ 'ਤੇ ਕਰਕੇ ਉਹਨਾਂ ਨੂੰ ਜਦੋਂ ਤੱਕ ਆਪਾਂ ਕੰਟਰੋਲ ਨਹੀਂ ਕਰਦੇ ਉਦੋਂ ਤੱਕ ਜਿਹੜੀ ਆ ਉਹਨਾਂ ਨੇ ਹੀਟ ਜਿਹੜੀ ਆ ਪ੍ਰੋਡਿਊਸ ਕਰੀ। ਸੋ ਜਿਹੜੀ ਫਿਜ਼ਨ ਪ੍ਰੋਸੈਸ, ਜਿਹੜਾ ਫਿਜ਼ਨ ਦਾ ਪ੍ਰੋਸੈਸ ਹੁੰਦਾ ਉਹ ਆਪਾਂ ਨਿਊਕਲੀਅਰ ਪਾਵਰ ਪਲਾਂਟ ਦੇ ਵਿੱਚ ਕੰਟਰੋਲ ਯੂਜ਼ ਕਰਦੇ ਹਾਂ। ਬਾਕੀ ਫਿਜ਼ਨ ਦੇ ਵਿੱਚ ਤੁਹਾਨੂੰ ਦੱਸਿਆ ਇੱਕ ਐਟਮ ਜਿਹੜਾ ਹੁੰਦਾ 2 ਦੇ ਵਿੱਚ ਡਿਵਾਈਡ ਹੁੰਦਾ, ਜਦੋਂ 2 'ਚ ਡਿਵਾਈਡ ਹੁੰਦਾ ਉਦੋਂ ਉੱਥੇ ਕੀ ਹੁੰਦਾ, ਹੀਟ ਐਨਰਜੀ ਜਿਹੜੀ ਹੁੰਦੀ ਆ ਉਹ ਬਹੁਤ ਸਾਰੀ ਪ੍ਰੋਡਿਊਸ ਹੁੰਦੀ ਆ। ਬਾਕੀ ਫਿਜ਼ਨ ਜਿਹੜਾ ਹੁੰਦਾ ਇਹਦੇ ਵਿੱਚ ਥੋੜ੍ਹੀ ਘੱਟ ਐਨਰਜੀ ਪ੍ਰੋਡਿਊਸ ਹੁੰਦੀ ਹੈ ਐਜ਼ ਕੰਪੇਅਰ ਟੂ ਫਿਊਜ਼ਨ, ਠੀਕ ਆ। ਹੁਣ ਫਿਊਜ਼ਨ ਕੀ ਹੁੰਦਾ ਆ, ਫਿਊਜ਼ ਦਾ ਮਤਲਬ ਵੀ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ, ਫਿਊਜ਼ ਮਤਲਬ 2 ਚੀਜ਼ਾਂ ਆਪਸ ਦੇ ਵਿੱਚ ਜੁੜਨਾ। ਸੋ ਫਿਊਜ਼ਨ ਦੇ ਵਿੱਚ ਕੀ ਹੁੰਦਾ, 2 ਐਟਮ ਜਿਹੜੇ ਹੁੰਦੇ ਆ ਆਪਸ ਦੇ ਵਿੱਚ ਜੁੜਦੇ ਆ, ਜਦੋਂ ਜੁੜਦੇ ਆ ਇੱਕ ਵੱਡਾ ਐਟਮ ਬਣਦਾ ਅਤੇ ਉੱਥੇ ਕੀ ਆ ਹੀਟ ਐਨਰਜੀ ਜਿਹੜੀ ਆ ਪ੍ਰੋਡਿਊਸ ਹੁੰਦੀ ਆ। ਫਿਊਜ਼ਨ ਪ੍ਰੋਸੈਸ ਜਿਹੜਾ ਹੁੰਦਾ ਇਹਨੂੰ ਇਨੀਸ਼ੀਅਲਾਈਜ਼ ਕਰਨ ਵਾਸਤੇ ਜਿਹੜਾ ਹੁੰਦਾ ਨਾ ਬਹੁਤ ਸਾਰੀ ਐਨਰਜੀ ਦੀ ਲੋੜ ਪੈਂਦੀ ਹੈ। ਫਿਜ਼ਨ ਦੇ ਵਿੱਚ ਇੱਦਾਂ ਨਹੀਂ ਹੁੰਦਾ, ਫਿਜ਼ਨ ਦੇ ਵਿੱਚ ਤੁਸੀਂ ਘੱਟ ਐਨਰਜੀ ਦੇ ਕੇ ਮੋਡਰੇਟਰ ਵਗੈਰਾ ਯੂਜ਼ ਕਰਕੇ ਆਸਾਨੀ ਦੇ ਨਾਲ ਜਿਹੜਾ ਪ੍ਰੋਸੈਸ ਨੂੰ ਸਟਾਰਟ ਕਰ ਸਕਦੇ ਆ, ਬਟ ਫਿਊਜ਼ਨ ਜਿਹੜਾ ਹੁੰਦਾ ਨਾ ਉਹ ਪ੍ਰੋਸੈਸ ਨੂੰ ਸਟਾਰਟ ਕਰਨਾ ਜਿਹੜਾ ਹੁੰਦਾ ਬਹੁਤ ਮੁਸ਼ਕਿਲ ਚੀਜ਼ ਆ। ਬਾਕੀ ਜਿਹੜਾ ਫਿਊਜ਼ਨ ਪ੍ਰੋਸੈਸ, ਫਿਊਜ਼ਨ ਹੁੰਦਾ ਕਿੱਥੇ, ਫਿਊਜ਼ਨ ਸਨ ਅਤੇ ਸਟਾਰਸ ਦੇ ਵਿੱਚ ਹੁੰਦਾ। ਸਨ ਦੇਖੋ ਹੁਣ ਕਿੰਨੀ ਜ਼ਿਆਦਾ ਹੀਟ ਪ੍ਰੋਡਿਊਸ ਕਰਦਾ ਆ ਸਨ, ਠੀਕ ਹੈ ਨਾ, ਆਪਣੇ ਕਿੰਨੇ ਲਾਈਟ ਈਅਰਸ ਦੂਰ ਆ ਆਪਣੇ ਕੋਲੋਂ ਸਨ, ਫਿਰ ਵੀ ਜਿਹੜਾ ਆ ਬਹੁਤ ਸਾਰੀ ਹੀਟ ਆਪਾਂ ਨੂੰ ਇੱਥੇ ਤੱਕ ਅਰਥ ਤੱਕ ਮਿਲ ਜਾਂਦੀ ਆ। ਸੋ ਫਿਊਜ਼ਨ ਜਿਹੜਾ ਹੁੰਦਾ ਉਹਦੇ ਵਿੱਚ 2 ਐਟਮ ਆਪਸ ਦੇ ਵਿੱਚ ਜੁੜਦੇ ਆ ਅਤੇ ਫਿਊਜ਼ਨ ਦੇ ਵਿੱਚ ਬਹੁਤ ਜ਼ਿਆਦਾ ਹੀਟ ਪ੍ਰੋਡਿਊਸ ਹੁੰਦੀ ਆ, ਬਹੁਤ ਜ਼ਿਆਦਾ ਫਿਊਜ਼ਨ ਦੇ ਵਿੱਚ ਹੀਟ ਪ੍ਰੋਡਿਊਸ ਹੁੰਦੀ ਹੈ। ਅਤੇ ਜਿਹੜਾ ਫਿਜ਼ਨ ਹੁੰਦਾ ਇਹਦੇ ਵਿੱਚ 2 ਐਟਮ ਜਿਹੜੇ ਹੁੰਦੇ ਆ ਉਹ ਆਪਸ ਦੇ ਇੱਕ ਦੂਜੇ ਤੋਂ ਸਪਲਿਟ ਹੁੰਦੇ ਆ ਅਤੇ ਉਦੋਂ ਹੀਟ ਪ੍ਰੋਡਿਊਸ ਹੁੰਦੀ ਆ। ਬਾਕੀ ਫਿਜ਼ਨ ਦੇ ਵਿੱਚ ਇੰਨੀ ਜ਼ਿਆਦਾ ਹੀਟ ਨਹੀਂ ਪ੍ਰੋਡਿਊਸ ਹੁੰਦੀ ਜਿੰਨੀ ਫਿਊਜ਼ਨ ਦੇ ਵਿੱਚ ਹੀਟ ਪ੍ਰੋਡਿਊਸ ਹੁੰਦੀ ਆ।
ਬਾਕੀ ਫਿਜ਼ਨ ਨੂੰ ਆਪਾਂ ਯੂਜ਼ ਕਰਦੇ ਹਾਂ ਨਿਊਕਲੀਅਰ ਪਾਵਰ ਪਲਾਂਟ ਦੇ ਵਿੱਚ, ਫਿਜ਼ਨ ਹੀ ਯੂਜ਼ ਕਰਦੇ, ਇਹ ਚੀਜ਼ ਯਾਦ ਰੱਖਿਓ। ਪ੍ਰੋਸੈਸ ਜਿਹੜਾ ਹੁੰਦਾ ਨਿਊਕਲੀਅਰ ਪਾਵਰ ਪਲਾਂਟ ਦੇ ਵਿੱਚ ਫਿਜ਼ਨ ਦਾ ਯੂਜ਼ ਕਰਦੇ ਹਾਂ। ਕਈ ਵਾਰ ਇਹ ਆਬਜੈਕਟਿਵ ਟਾਈਪ ਕੁਐਸਚਨ ਤੁਹਾਨੂੰ ਜਿਹੜੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਪੁੱਛ ਸਕਦੇ ਆ ਵੀ ਜਿਹੜਾ ਨਿਊਕਲੀਅਰ ਪਾਵਰ ਪਲਾਂਟ ਹੁੰਦਾ ਉਹਦੇ ਵਿੱਚ ਕਿਹੜੀਆਂ ਚੇਨ ਰਿਐਕਸ਼ਨਸ ਹੁੰਦੀਆਂ, ਫਿਊਜ਼ਨ ਹੁੰਦੀਆਂ ਕਿ ਫਿਜ਼ਨ ਹੁੰਦੀਆਂ। ਸੋ ਆਨਸਰ ਵਿਲ ਬੀ ਫਿਜ਼ਨ ਐਂਡ ਕੰਟਰੋਲਡ। ਸੋ ਇਹਦੇ ਵਿੱਚ ਵੀ ਜਿਹੜਾ ਹੁੰਦਾ ਜਦੋਂ ਵੀ ਆਪਾਂ ਫਿਜ਼ਨ ਪ੍ਰੋਸੈਸ ਨਿਊਕਲੀਅਰ ਰਿਐਕਟਰ ਦੇ ਵਿੱਚ ਹੁੰਦਾ ਤਾਂ ਬਹੁਤ ਸਾਰੀ ਜਿਹੜੀ ਹੁੰਦੀ ਆ ਹੀਟ ਪ੍ਰੋਡਿਊਸ ਹੁੰਦੀ ਹੈ ਨਿਊਕਲੀਅਰ ਰਿਐਕਟਰ ਦੇ ਵਿੱਚ। ਉਹ ਜਿਹੜੀ ਹੀਟ ਹੁੰਦੀ ਆ ਉਹਨੂੰ ਆਪਾਂ ਹੀਟ ਐਕਸਚੇਂਜਰ ਦੇ ਵਿੱਚ ਭੇਜਦੇ ਹਾਂ। ਹੀਟ ਐਕਸਚੇਂਜਰ ਦੇ ਵਿੱਚ ਕੀ ਹੁੰਦਾ, ਜਿਹੜੀਆਂ ਟਿਊਬਸ ਹੁੰਦੀਆਂ ਉਹਦੇ ਵਿੱਚੋਂ ਮੋਲਟਨ ਮੈਟਲ ਜਿਹੜਾ ਹੁੰਦਾ ਉਹ ਗੁਜ਼ਰਦਾ। ਮੋਲਟਨ ਮੈਟਲ ਦੇ ਬਾਰੇ ਵੀ ਦੱਸੂਗਾ ਤੁਹਾਨੂੰ ਵਰਕਿੰਗ ਦੇ ਵਿੱਚ ਵੀ ਕੀ ਚੀਜ਼ ਹੁੰਦੀ ਹੈ। ਕੂਲੈਂਟ ਹੁੰਦਾ ਬੇਸਿਕਲੀ ਉਹ ਜਿਹੜਾ ਹੀਟ ਲੈ ਲੈਂਦਾ ਰਿਐਕਟਰ ਤੋਂ ਅਤੇ ਉਹਨੂੰ ਹੀਟ ਐਕਸਚੇਂਜਰ 'ਚ ਭੇਜ ਦਿੰਦਾ। ਲਾਈਕ ਸਿਮਿਲਰਲੀ ਜਿੱਦਾਂ ਗੀਜ਼ਰ ਦੇ ਵਿੱਚ ਆਪਣੇ ਇੱਕ ਟਿਊਬ ਹੁੰਦੀ ਨਾ ਜਿਹੜੀ ਹੀਟ ਹੁੰਦੀ ਆਲੇ ਦੁਆਲੇ ਵਾਟਰ ਹੁੰਦਾ, ਸਿਮਿਲਰਲੀ ਹੀਟ ਐਕਸਚੇਂਜਰ ਦੇ ਵਿੱਚ ਵੀ ਕੀ ਹੁੰਦਾ, ਟਿਊਬ ਹੁੰਦੀ ਹੈ ਜਿਹਦੇ ਵਿੱਚ ਆਪਣਾ ਕੂਲੈਂਟ ਹੁੰਦਾ, ਗਰਮ ਕੂਲੈਂਟ ਹੁੰਦਾ ਅਤੇ ਉਹਦੇ ਆਲੇ ਦੁਆਲੇ ਵਾਟਰ ਹੁੰਦਾ। ਤਾਂ ਵਾਟਰ ਜਿਹੜਾ ਹੁੰਦਾ ਬੋਇਲ ਹੁੰਦਾ, ਉਹਦੀ ਸਟੀਮ ਬਣਦੀ ਆ। ਅਤੇ ਅੱਗੇ ਜਿਹੜਾ ਪ੍ਰੋਸੈਸ ਆ ਉਹ ਸੇਮ ਹੀ ਆ ਜਿੱਦਾਂ ਆਪਣਾ ਸਟੀਮ ਪਾਵਰ ਪਲਾਂਟ ਦੇ ਵਿੱਚ ਹੁੰਦਾ। ਸੋ ਜਿਹੜੀ ਸਟੀਮ ਬਣਦੀ ਆ ਉਹਨੂੰ ਆਪਾਂ ਵਾਲਵ ਵਗੈਰਾ ਨਾਲ ਕੰਟਰੋਲ ਕਰਕੇ ਟਰਬਾਈਨ ਦੇ ਉੱਪਰ ਸਟਰਾਈਕ ਕਰਵਾਉਂਦੇ ਹਾਂ ਅਤੇ ਜਿਹੜੀ ਮੇਰੀ ਟਰਬਾਈਨ ਹੁੰਦੀ ਆ ਉਹ ਰੋਟੇਟ ਕਰਦੀ ਆ ਅਤੇ ਟਰਬਾਈਨ ਦੇ ਨਾਲ ਹੀ ਅੱਗੇ ਅਲਟਰਨੇਟਰ ਕਪਲਡ ਹੁੰਦਾ ਜਿਹਦੇ ਨਾਲ ਮਕੈਨੀਕਲ ਐਨਰਜੀ ਜਿਹੜੀ ਆ ਉਹਨੂੰ ਆਪਾਂ ਇਲੈਕਟ੍ਰੀਕਲ ਐਨਰਜੀ ਦੇ ਵਿੱਚ ਕਨਵਰਟ ਕਰ ਦਿੰਦੇ ਹਾਂ। ਉਸ ਤੋਂ ਬਾਅਦ ਜਿਹੜੀ ਟਰਬਾਈਨ ਤੋਂ ਮੇਰੀ ਸਟੀਮ ਬਣ ਜਾਂਦੀ ਆ ਉਹਨੂੰ ਆਪਾਂ ਕੀ ਕਰਦੇ ਹਾਂ ਅੱਗੇ ਕੰਡੈਂਸ ਕਰ ਲੈਂਦੇ ਹਾਂ ਕੰਡੈਂਸਰ ਦੇ ਥਰੂ ਅਤੇ ਅੱਗੇ ਕੂਲਿੰਗ ਟਾਵਰ ਦੇ ਵਿੱਚ ਭੇਜ ਕੇ ਅਤੇ ਉਹੀ ਵਾਟਰ ਜਿਹੜਾ ਉਹਨੂੰ ਦੁਬਾਰਾ ਹੀਟ ਐਕਸਚੇਂਜਰ 'ਚ ਭੇਜ ਦਿੰਦੇ ਹਾਂ। ਦੇਖੋ ਇੱਕ ਡਾਇਗਰਾਮ ਆ ਲੇਆਊਟ ਆ ਲੇਆਊਟ ਆ ਮੇਰਾ ਨਿਊਕਲੀਅਰ ਪਾਵਰ ਪਲਾਂਟ ਦਾ, ਠੀਕ ਆ। ਮੇਰੇ ਕੋਲ ਨਿਊਕਲੀਅਰ ਰਿਐਕਟਰ ਆ, ਦੇਖੋ ਨਿਊਕਲੀਅਰ ਰਿਐਕਟਰ ਆ। ਇਹਦੇ ਵਿੱਚ ਕੀ ਆ ਮੇਰੇ ਕੋਲ, ਇਹਦੇ ਵਿੱਚ ਇੱਕ ਮੇਰੀ ਰਿਐਕਟਰ ਕੋਰ ਆ, ਆਹ ਮੇਰੀ ਰਿਐਕਟਰ ਕੋਰ ਆ ਅਤੇ ਮੇਰੇ ਕੋਲ ਹੈਗਾ ਹੀਟ ਐਕਸਚੇਂਜਰ, ਠੀਕ ਆ। ਜਿਹੜੀ ਕੋਰ ਹੁੰਦੀ ਹੈ ਇਹਦੇ ਵਿੱਚ ਮੇਰੇ ਕੋਲ ਸਾਰਾ ਜਿਹੜਾ ਹੁੰਦਾ ਨਾ ਨਿਊਕਲੀਅਰ ਮਟੀਰੀਅਲ ਹੁੰਦਾ, ਯੂਰੇਨੀਅਮ U235 ਆਪਾਂ ਯੂਜ਼ ਕਰਦੇ ਹਾਂ। ਅੱਗੇ ਤੁਹਾਨੂੰ ਦੱਸੂਗਾ ਵੀ ਸਾਰੇ ਐਲੀਮੈਂਟ ਡਿਟੇਲ ਦੇ ਵਿੱਚ। ਸੋ ਇਹਦੇ ਵਿੱਚ ਕੋਰ ਦੇ ਵਿੱਚ ਨਿਊਕਲੀਅਰ ਫਿਊਲ ਹੁੰਦਾ। ਫਿਊਲ ਕਿੱਦਾਂ ਹੁੰਦਾ, ਲੰਬੀਆਂ ਜਿਹੀਆਂ ਟਿਊਬਸ ਹੁੰਦੀਆਂ ਇਹ, ਠੀਕ ਆ। ਲੰਬੇ ਜਿੱਦਾਂ ਆਪਣੇ ਪਾਈਪ ਹੁੰਦੇ ਆ ਨਾ ਬਿਜਲੀ ਵਾਲੇ ਪਲਾਸਟਿਕ ਦੇ ਪਾਈਪ ਹੁੰਦੇ, ਇੱਦਾਂ ਲੰਬੀਆਂ ਟਿਊਬਸ ਹੁੰਦੀਆਂ, ਠੀਕ ਆ। ਜ਼ਰਕੋਨੀਅਮ ਦੀਆਂ ਟਿਊਬਸ ਹੁੰਦੀਆਂ, ਉਹ ਜ਼ਰਕੋਨੀਅਮ ਦੀਆਂ ਟਿਊਬਸ ਦੇ ਵਿੱਚ ਜਿਹੜੀਆਂ ਹੁੰਦੀਆਂ ਨਾ ਟੈਬਲੇਟਸ ਪਾਈਆਂ ਹੁੰਦੀਆਂ ਆਪਾਂ ਛੋਟੀਆਂ ਛੋਟੀਆਂ ਨਿਊਕਲੀਅਰ ਫਿਊਲ ਦੀਆਂ। ਸੋ ਡਾਇਰੈਕਟਲੀ ਕੋਰ ਦੇ ਵਿੱਚ ਫਿਊਲ ਨਹੀਂ ਹੁੰਦਾ, ਟਿਊਬਸ ਦੇ ਵਿੱਚ ਫਿਊਲ ਹੁੰਦਾ ਆ। ਉਹ ਫਿਊਲ ਦੇ ਉੱਪਰ ਆਪਾਂ ਰਿਐਕਸ਼ਨ ਕਰਵਾਉਂਦੇ ਹਾਂ, ਠੀਕ ਆ। ਫਿਜ਼ਨ ਰਿਐਕਸ਼ਨ ਉਹਦੇ ਵਿੱਚ ਹੁੰਦੀ ਫਿਊਲ ਦੇ ਵਿੱਚ। ਅਤੇ ਉਸ ਤੋਂ ਬਾਅਦ ਇਹਦੇ ਵਿੱਚ ਕੰਟਰੋਲ ਰੋਡਸ ਆਉਂਦੀਆਂ। ਕੰਟਰੋਲ ਰੋਡਸ ਕੀ ਕਰਦੀਆਂ, ਜਿਹੜੇ ਨਿਊਟਰੋਨਸ ਜਿਹੜੇ ਪ੍ਰੋਸੈਸ ਦੀ ਸਪੀਡ ਨੂੰ ਇਨਕਰੀਜ਼ ਕਰਦੇ ਆ, ਜਿਹੜੀਆਂ ਕੰਟਰੋਲ ਰੋਡਸ ਹੁੰਦੀਆਂ ਨਾ ਉਹ ਨਿਊਟਰੋਨ ਨੂੰ ਅਬਜ਼ੋਰਬ ਕਰਦੀਆਂ ਹੈ, ਠੀਕ ਆ। ਅਬਜ਼ੋਰਬ ਕਰਕੇ ਜਿਹੜੀ ਇਹਦੀ ਪ੍ਰੋਸੈਸ ਫਿਜ਼ਨ ਪ੍ਰੋਸੈਸ ਹੁੰਦਾ ਉਹਨੂੰ ਸਲੋ ਕਰ ਦਿੰਦੀਆਂ। ਕਿਉਂਕਿ ਜੇ ਕੰਟਰੋਲ ਰੋਡਸ ਨਾ ਹੋਣਗੀਆਂ ਤਾਂ ਜਿਹੜੀ ਹੀਟ ਆ ਨਾ ਇਹ ਬਹੁਤ ਜ਼ਿਆਦਾ ਇਨਕਰੀਜ਼ ਹੋਈ ਜਾਣੀ ਆ ਤਾਂ ਉਹਨੇ ਕੀ ਕਰਨਾ, ਇਹ ਸਾਰਾ ਜਿਹੜਾ ਸਟਰਕਚਰ ਹੈ ਇਹਨੂੰ ਪਿਘਲਾ ਵੀ ਸਕਦਾ, ਇੰਨੀ ਜ਼ਿਆਦਾ ਹੀਟ ਪ੍ਰੋਡਿਊਸ ਹੋ ਜਾਂਦੀ ਉੱਥੇ। ਸੋ ਇਹ ਜਿਹੜਾ ਹੀਟ ਜ਼ਿਆਦਾ ਬਣ ਰਹੀ ਹੈ ਇਹਨੂੰ ਕੰਟਰੋਲ ਕਰਨ ਵਾਸਤੇ ਜਾਂ ਇਹਨੂੰ ਸਲੋ ਡਾਊਨ ਕਰਨ ਵਾਸਤੇ ਪ੍ਰੋਸੈਸ ਨੂੰ ਆਪਾਂ ਕੰਟਰੋਲ ਰੋਡਸ ਯੂਜ਼ ਕਰਦੇ ਹਾਂ। ਇਹ ਜਦੋਂ ਆਪਾਂ ਹੀਟ ਨੂੰ ਡਿਕਰੀਜ਼ ਕਰਨਾ ਇਹ ਰੋਡਸ ਜਿਹੜੀਆਂ ਆਪਾਂ ਵਿੱਚ ਇਨਸਰਟ ਕਰ ਦੇਵਾਂਗੇ। ਜੇ ਆਪਾਂ ਹੀਟ ਨੂੰ ਜਿਹੜਾ ਵਧਾਉਣਾ ਹੈ ਤਾਂ ਰੋਡਸ ਜਿਹੜੀਆਂ ਇਹਨਾਂ ਨੂੰ ਆਪਾਂ ਬਾਹਰ ਕੱਢ ਦੇਵਾਂਗੇ। ਬਾਕੀ ਦੇ ਸਰਾਊਂਡਿੰਗ ਏਰੀਆ 'ਚ ਆਪਣਾ ਕੂਲੈਂਟ ਹੁੰਦਾ ਆ। ਇਹ ਜਿਹੜਾ ਕੂਲੈਂਟ ਹੁੰਦਾ ਨਾ ਇਹ ਗਰਮ ਹੋ ਜਾਂਦਾ ਹੈ। ਇਹ ਗਰਮ ਹੋ ਕੇ ਆਪਾਂ ਹੀਟ ਐਕਸਚੇਂਜਰ ਦੇ ਵਿੱਚ ਭੇਜ ਦਿੰਦੇ ਹਾਂ ਇਹਨੂੰ। ਹੀਟ ਐਕਸਚੇਂਜਰ ਦੇ ਵਿੱਚ ਆਲੇ ਦੁਆਲੇ ਵਾਟਰ ਹੁੰਦਾ ਆ, ਠੀਕ ਆ। ਸਟੀਮ ਜਨਰੇਟਰ ਵੀ ਇਹਨੂੰ ਕਹਿ ਦਿੰਦੇ, ਹੀਟ ਐਕਸਚੇਂਜਰ ਵੀ ਕਹਿ ਦਿੰਦੇ ਆ। ਇਹਦੇ ਆਲੇ ਦੁਆਲੇ ਕੀ ਹੁੰਦਾ, ਵਾਟਰ ਹੁੰਦਾ ਆ। ਉਹ ਜਿਹੜਾ ਵਾਟਰ ਹੁੰਦਾ ਗਰਮ ਹੋ ਕੇ ਸਟੀਮ ਬਣ ਜਾਂਦਾ, ਠੀਕ ਹੈ। ਯਾਨੀ ਕਿ ਆਪਾਂ ਹੀਟ ਨੂੰ ਇੱਕ ਤਰ੍ਹਾਂ ਕਹਿ ਸਕਦੇ ਹਾਂ ਵੀ ਜਿਹੜੀ ਮੇਰੀ ਹੀਟ ਹੁੰਦੀ ਨਾ ਇਹ ਹੀਟ ਨੂੰ ਆਪਾਂ ਕੀ ਕਰਦੇ ਹਾਂ ਟਰਾਂਸਫਰ ਕਰ ਦਿੰਦੇ ਹਾਂ। ਸੋ ਹੀਟ ਇਹਦੇ ਵਿੱਚ ਆਈ, ਇਹਦੇ ਵਿੱਚ ਟਰਾਂਸਫਰ ਹੋ ਗਈ ਵਾਟਰ ਦੇ ਵਿੱਚ ਅਤੇ ਵਾਟਰ ਕੀ ਬਣ ਗਿਆ, ਸਟੀਮ ਬਣ ਗਿਆ, ਠੀਕ ਆ। ਅਤੇ ਜਿਹੜਾ ਉਹ ਸਟੀਮ ਬਣੀ ਆ ਵਾਟਰ ਦੀ ਉਹਨੂੰ ਆਪਾਂ ਕੀ ਕੀਤਾ, ਦੇਖੋ ਇੱਥੋਂ ਟਰਬਾਈਨ 'ਤੇ ਸਟਰਾਈਕ ਕਰਵਾਇਆ। ਟਰਬਾਈਨ ਰੋਟੇਟ ਹੋਈ, ਨਾਲ ਜਨਰੇਟਰ ਕਪਲ ਆ, ਜਨਰੇਟਰ ਰੋਟੇਟ ਹੋਇਆ, ਸਪਲਾਈ ਪ੍ਰੋਡਿਊਸ ਹੋਈ, ਟਰਾਂਸਮਿਸ਼ਨ ਲਾਈਨ ਦੇ ਥਰੂ ਅੱਗੇ ਭੇਜਤੀ। ਹੁਣ ਜਿਹੜੀ ਇਹ ਸਟੀਮ ਬਣੀ ਆ ਇਹਨੂੰ ਅੱਗੇ ਆਪਾਂ ਕੀ ਕੀਤਾ ਕੰਡੈਂਸਰ ਦੇ ਵਿੱਚ ਭੇਜਤਾ। ਕੰਡੈਂਸਰ ਦੇ ਵਿੱਚ ਵੀ ਹੁਣ ਕੀ ਆ, ਦੇਖੋ ਠੰਡਾ ਪਾਣੀ ਇੱਧਰੋਂ ਆ ਰਿਹਾ ਕੰਡੈਂਸਰ ਦੇ ਵਿੱਚ, ਠੀਕ ਆ। ਸੋ ਇਹ ਠੰਡਾ ਪਾਣੀ ਜਿਹੜਾ ਆ ਇਹਦੇ ਕਰਕੇ ਕੀ ਹੋ ਰਿਹਾ, ਜਿਹੜਾ ਮੇਰੀ ਸਟੀਮ ਸੀ ਗਰਮ ਸਟੀਮ ਸੀਗੀ ਉਹ ਵਾਟਰ ਡ੍ਰੌਪਲੇਟਸ ਦੇ ਵਿੱਚ ਕਨਵਰਟ ਹੋ ਰਹੀ ਆ। ਹੁਣ ਉਹ ਵਾਟਰ ਡ੍ਰੌਪਲੇਟਸ ਦੇ ਵਿੱਚ ਕਨਵਰਟ ਹੋ ਕੇ ਦੁਬਾਰਾ ਆਪਾਂ ਕੀ ਕਰਦੇ ਹਾਂ ਉਹਨੂੰ ਹੀਟ ਐਕਸਚੇਂਜਰ ਦੇ ਵਿੱਚ ਭੇਜ ਦਿੰਦੇ ਹਾਂ। ਅਤੇ ਜਿਹੜਾ ਮੇਰਾ ਕੂਲੈਂਟ ਸੀ ਉਹ ਵੀ ਦੇਖੋ ਇੱਥੋਂ ਠੰਡਾ ਹੋ ਕੇ ਦੁਬਾਰਾ ਕੋਰ ਦੇ ਵਿੱਚ ਜਾ ਰਿਹਾ, ਠੀਕ ਆ। ਸੋ ਇੱਦਾਂ ਸਰਕਲ ਚੱਲਦਾ ਵਾਟਰ ਦਾ ਅਤੇ ਕੂਲੈਂਟ ਦਾ। ਉਸ ਤੋਂ ਬਾਅਦ 'ਚ ਦੇਖੋ ਇੱਥੋਂ ਤਾਂ ਸਰਕਟ ਸਮਝ ਲੱਗ ਗਿਆ ਨਾ ਵੀ ਵਾਟਰ ਆਇਆ, ਵਾਟਰ ਇੱਥੋਂ ਸਟੀਮ ਬਣ ਕੇ ਟਰਬਾਈਨ 'ਤੇ ਸਟਰਾਈਕ ਹੋਇਆ। ਉਸ ਤੋਂ ਬਾਅਦ ਉਹ ਸਟੀਮ ਨੂੰ ਆਪਾਂ ਪਾਣੀ ਦੁਬਾਰਾ ਬਣਾ ਕੇ ਸਟੀਮ ਦਾ ਕੰਡੈਂਸਰ ਦੇ ਵਿੱਚ ਉਹਨੂੰ ਵਾਪਸ ਹੀਟ ਐਕਸਚੇਂਜਰ 'ਚ ਭੇਜਤਾ। ਹੁਣ ਦੇਖੋ ਜਿਹੜੇ ਵਾਟਰ ਨੇ ਜਿਹੜੀ ਸਟੀਮ ਸੀਗੀ ਉਹਨੂੰ ਠੰਡਾ ਕੀਤਾ ਸੀ ਉਹ ਵੀ ਗਰਮ ਹੋ ਜਾਣਾ। ਦੇਖੋ ਥੱਲੇ ਠੰਡਾ ਵਾਟਰ ਆਇਆ, ਬਲੂ ਨਾਲ ਸ਼ੇਡ ਕੀਤਾ ਹੋਇਆ, ਉਸ ਤੋਂ ਉੱਪਰ ਜਾਂਦਾ ਜਾਂਦਾ ਗਰਮ ਹੋ ਗਿਆ, ਰੈੱਡ ਨਾਲ ਸ਼ੇਡ ਕੀਤਾ। ਸੋ ਜਿਹੜਾ ਗਰਮ ਪਾਣੀ ਆਪਣੇ ਕੋਲ ਹੈਗਾ ਆ ਉਹਨੂੰ ਆਪਾਂ ਦੁਬਾਰਾ ਕੀ ਕਰਨਾ ਕੂਲਿੰਗ ਟਾਵਰ ਦੇ ਵਿੱਚ ਭੇਜਣਾ। ਕੂਲਿੰਗ ਟਾਵਰ ਦੇ ਵਿੱਚ ਕੀ ਹੋਣਾ ਆ, ਆਪਣੇ ਕੋਲ ਕਾਫੀ ਚੀਜ਼ਾਂ ਦਾ ਡ੍ਰਿਫਟ ਇਲੀਮੀਨੇਟਰ ਵਗੈਰਾ ਲੱਗੇ ਹੁੰਦੇ, ਹੀਟ ਐਕਸਚੇਂਜਿੰਗ ਸਰਫੇਸ, ਡ੍ਰਿਫਟ ਇਲੀਮੀਨੇਟਰ ਆ ਹੀਟ ਐਕਸਚੇਂਜਿੰਗ ਸਰਫੇਸ ਆ, ਠੀਕ ਆ। ਇਹ ਤੁਸੀਂ ਡਿਟੇਲ ਦੇ ਵਿੱਚ ਪੜ੍ਹਨਾ ਤਾਂ ਤੁਸੀਂ ਉੱਥੋਂ ਵੀ ਪੜ੍ਹ ਸਕਦੇ ਆ ਥਰਮਲ ਪਾਵਰ ਪਲਾਂਟ ਦਾ ਜਿਹੜਾ ਲੈਕਚਰ ਹੈ ਨਾ
ਉਹਦੇ ਵਿੱਚ ਵੀ ਤੁਸੀਂ ਕੂਲਿੰਗ ਟਾਵਰ ਪੜ੍ਹ ਸਕਦੇ ਹੋ ਦੁਬਾਰਾ। ਸੋ ਇੱਥੋਂ ਕੀ ਹੈ, ਦੁਬਾਰਾ ਉਹਨੇ ਵਾਟਰ 'ਚ ਕਨਵਰਟ ਹੋ ਜਾਣਾ ਤਾਂ ਉਹੀ ਵਾਟਰ ਨੂੰ ਆਪਾਂ ਰੀਯੂਜ਼ ਕਰ ਲੈਣਾ। ਅਤੇ ਬਾਕੀ ਜਿਹੜੀ ਇਹਦੀ ਦੇਖੋ ਆ ਨੋਨ ਰੇਡੀਓ ਐਕਟਿਵ ਵਾਟਰ ਵੇਪਰਸ ਆ, ਠੀਕ ਆ, ਕਿਉਂਕਿ ਦੇਖੋ ਵਾਟਰ ਦਾ ਡਾਇਰੈਕਟ ਕੰਟੈਕਟ ਨਹੀਂ ਹੋ ਰਿਹਾ ਇਸ ਵਾਟਰ ਦਾ ਇਹਦੇ ਨਾਲ, ਇਸ ਕਰਕੇ ਇਹ ਰੇਡੀਓ ਐਕਟਿਵ ਵਾਟਰ ਨਹੀਂ ਆ। ਇਹ ਜਿਹੜਾ ਨੋਨ ਰੇਡੀਓ ਐਕਟਿਵ ਵਾਟਰ ਵੇਪਰਸ ਹੁੰਦੇ ਜਿਨ੍ਹਾਂ ਨੂੰ ਆਪਾਂ ਏਅਰ 'ਚ ਛੱਡ ਦਿੰਦੇ, ਠੀਕ ਆ। ਸੋ ਕੋਈ ਵੀ ਜਿਹੜੀ ਚੀਜ਼ ਆ ਜਿਹੜੀ ਰੇਡੀਓ ਐਕਟਿਵ ਆ ਉਹਨੂੰ ਆਪਾਂ ਡਾਇਰੈਕਟਲੀ ਏਅਰ ਦੇ ਵਿੱਚ ਨਹੀਂ ਛੱਡਣਾ, ਨੋਨ ਰੇਡੀਓ ਐਕਟਿਵ ਜਿਹੜੀ ਆ ਉਹੀ ਏਅਰ ਦੇ ਵਿੱਚ ਛੱਡਣੀ। ਇਸੇ ਕਰਕੇ ਆਪਾਂ ਸਾਰਾ ਜਿਹੜਾ ਹੈ ਨਾ ਇਹਦਾ ਬਾਇਓ ਮੈਟਲਿਕ ਬਾਇਓ ਜਿਹੜੀ ਹੁੰਦੀ ਹੈ ਨਾ ਸ਼ੀਟ ਬਣਾਈ ਹੁੰਦੀ ਹੈ, ਪੂਰੀ ਸ਼ੀਲਡ ਜਿਹੜੀ ਪੂਰਾ ਕਵਰ ਕੀਤਾ ਹੁੰਦਾ ਹੈ ਇਹਨੂੰ, ਸੋ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਨਾ ਲੀਕੇਜ ਨਾ ਹੋਵੇ ਇਹਦੇ ਵਿੱਚ, ਠੀਕ ਆ। ਸੋ ਇਸੇ ਕਰਕੇ ਬਾਇਓਲੋਜੀਕਲ ਸ਼ੀਲਡ ਜਿਹੜੀ ਹੁੰਦੀ ਉਹਦੇ ਨਾਲ ਇਹਨੂੰ ਆਪਾਂ ਕਵਰ ਕੀਤਾ ਹੁੰਦਾ। ਅਤੇ ਜਿਹੜੀ ਇਹ ਸ਼ੀਲਡ ਵੀ ਹੁੰਦੀ ਨਾ ਕੰਕਰੀਟ ਦੀ ਹੁੰਦੀ, ਜਿੱਦਾਂ ਆਹ ਸਰਫੇਸ ਹੈ ਨਾ ਬਾਹਰਲਾ ਇਹ ਵੀ ਕੰਕਰੀਟ ਦਾ ਹੋਊਗਾ, ਜਿਹੜਾ ਅੰਦਰਲਾ ਸਰਫੇਸ ਇਹ ਵੀ ਕੰਕਰੀਟ ਦਾ ਹੋਊਗਾ। ਅਤੇ ਜਿਹੜਾ ਆਹ ਵਿੱਚ ਗ੍ਰੇ ਕਲਰ ਆ ਇਹ ਗੈਸ ਭਰੀ ਹੋਊਗੀ। ਆਪਾਂ ਕਿਉਂ ਭਰੀ ਹੋਊਗੀ ਗੈਸ? ਇਸ ਕਰਕੇ ਭਰੀ ਹੁੰਦੀ ਆ, ਉਹ ਇਹਦੇ ਅੰਦਰਲੇ ਟੈਂਪਰੇਚਰ ਤੋਂ ਜ਼ਿਆਦਾ ਪ੍ਰੈਸ਼ਰ 'ਤੇ ਗੈਸ ਹੁੰਦੀ ਆ, ਤਾਂ ਕਿ ਜੇ ਮੰਨ ਲਓ ਮੇਰੇ ਇਸ ਪੁਆਇੰਟ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਲੀਕੇਜ ਆਈ ਆ ਤਾਂ ਕੀ ਹੋਊਗਾ, ਗੈਸ ਜਿਹੜੀ ਹੋਊਗੀ ਨਾ ਉਹ ਇੱਧਰ ਨੂੰ ਲੀਕ ਕਰਨ ਲੱਗ ਪਊਗੀ, ਗੈਸ ਦਾ ਪ੍ਰੈਸ਼ਰ ਜ਼ਿਆਦਾ ਹੋਊਗਾ, ਗੈਸ ਅੰਦਰਲੇ ਪਾਸੇ ਲੀਕ ਕਰਨ ਲੱਗ ਪਊਗੀ ਅਤੇ ਰੇਡੀਓ ਐਕਟਿਵ ਮਟੀਰੀਅਲ ਕੋਈ ਵੀ ਬਾਹਰ ਨਹੀਂ ਜਾਊਗਾ। ਗੈਸ ਅੰਦਰੋਂ ਲੀਕ ਕੀਤੀ, ਸੋ ਹੁਣ ਜੇ ਗੈਸ ਲੀਕ ਕਰ ਰਹੀ ਆ ਤਾਂ ਕੀ ਹੋਊਗਾ, ਇੱਥੇ ਪ੍ਰੈਸ਼ਰ ਘਟੂਗਾ ਗੈਸ ਦਾ, ਯਾਨੀ ਕਿ ਗੈਸ ਦੀ ਵੈਲਿਊ ਸਿੰਪਲ ਲੈਂਗੁਏਜ 'ਚ ਕਹੀਏ ਗੈਸ ਦੀ ਵੈਲਿਊ ਇੱਥੇ ਘਟਣ ਲੱਗ ਪੈਣੀ ਹੈ। ਅਤੇ ਆਪਾਂ ਨੂੰ ਕੀ ਹੈ ਸਿਸਟਮ ਦੇ ਉੱਪਰ ਇੰਡੀਕੇਸ਼ਨ ਆ ਜਾਣੀ ਆ ਵੀ ਜਿਹੜੀ ਮੇਰੀ ਆਹ ਜਿਹੜਾ ਰਿਐਕਟਰ ਆ ਇਹਦੇ ਵਿੱਚ ਕੀ ਹੈ ਗੈਸ ਦੀ ਵੈਲਿਊ ਜਿਹੜੀ ਹੈ ਇਹਦੀ ਵਾਲਸ ਦੇ ਵਿੱਚ ਘਟ ਰਹੀ ਹੈ, ਇਟ ਮੀਨਸ ਕਿਤੇ ਨਾ ਕਿਤੇ ਲੀਕੇਜ ਆ। ਅਤੇ ਉਹ ਜਿਹੜੀ ਲੀਕੇਜ ਆ ਉਹਨੂੰ ਆਇਡੈਂਟੀਫਾਈ ਕਰਕੇ ਆਪਾਂ ਜਿਹੜਾ ਅੱਗੇ ਕੰਮ ਕਰ ਸਕਦੇ ਹਾਂ, ਕਿਉਂਕਿ ਰੇਡੀਓ ਐਕਟੀਵਿਟੀ ਕਿਸੇ ਵੀ ਤਰ੍ਹਾਂ ਜਿਹੜੀ ਆ ਬਾਹਰ ਨਹੀਂ ਜਾਣੀ ਚਾਹੀਦੀ। ਜੇ ਉਹ ਬਾਹਰ ਜਾਂਦੀ ਆ ਤਾਂ ਉਹ ਨੁਕਸਾਨ ਕਰ ਸਕਦੀ ਹੈ ਸਟਾਫ ਨੂੰ ਵੀ ਅਤੇ ਆਪਣੇ ਹਿਊਮਨ ਬੀਇੰਗ ਕਿਸੇ ਵੀ ਹਿਊਮਨ ਨੂੰ। ਇਸ ਤੋਂ ਬਾਅਦ 'ਚ ਮੈਂ ਆਪਾਂ ਸਟੱਡੀ ਕਰਨੇ ਹੁਣ ਕਿ ਕਿਹੜੇ ਐਲੀਮੈਂਟ ਹੁੰਦੇ ਆ ਨਿਊਕਲੀਅਰ ਪਾਵਰ ਪਲਾਂਟ ਦੇ ਵਿੱਚ। ਆ ਦੇਖੋ ਆ ਸਾਰੇ ਐਲੀਮੈਂਟ ਆ ਨਿਊਕਲੀਅਰ ਪਾਵਰ ਪਲਾਂਟ ਦੇ ਜਿਨ੍ਹਾਂ ਨੂੰ ਆਪਾਂ ਡਿਟੇਲ ਦੇ ਵਿੱਚ ਸਟੱਡੀ ਕਰਨਾ। ਕਾਫੀ ਜਿਹੜੇ ਐਲੀਮੈਂਟ ਆਪਾਂ ਪਹਿਲਾਂ ਪੜ੍ਹੇ ਵੀ ਹੋਏ ਆ, ਜਿੱਦਾਂ ਟਰਬਾਈਨ ਹੋ ਗਿਆ, ਅਲਟਰਨੇਟਰ ਹੋ ਗਿਆ, ਕੰਡੈਂਸਰ ਹੋ ਗਿਆ, ਕੂਲਿੰਗ ਟਾਵਰ, ਇਹ ਸਾਰੇ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ, ਇਹਨਾਂ ਨੂੰ ਆਪਾਂ ਦੁਬਾਰਾ ਨਹੀਂ ਪੜ੍ਹਨਾ। ਜਿਹੜਾ ਆਪਾਂ ਮੇਨ ਪਾਰਟ ਇਹਦਾ ਪੜ੍ਹਨਾ ਉਹ ਹੈ ਆਹ ਵਾਲਾ ਪਾਰਟ, ਨਿਊਕਲੀਅਰ ਰਿਐਕਟਰ ਜਿਹੜਾ ਇਹਨੂੰ ਆਪਾਂ ਡਿਟੇਲ ਦੇ ਵਿੱਚ ਸਟੱਡੀ ਕਰਨਾ। ਸੋ ਨਿਊਕਲੀਅਰ ਰਿਐਕਟਰ ਜਿਹੜਾ ਆ ਡਾਇਗਰਾਮ ਤੁਸੀਂ ਦੇਖ ਰਹੇ ਹੋ ਇਹਨੂੰ ਤੁਸੀਂ ਡਰਾ ਵੀ ਕਰ ਲਿਓ ਨਿਊਕਲੀਅਰ ਰਿਐਕਟਰ ਨੂੰ। ਨਿਊਕਲੀਅਰ ਰਿਐਕਟਰ ਦੇ ਵਿੱਚ ਕੀ ਹੁੰਦਾ ਆਪਣੇ ਕੋਲ, ਨਿਊਕਲੀਅਰ ਰਿਐਕਟਰ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਪਾਰਟ ਆਪਣੇ ਕੋਲ ਨਿਊਕਲੀਅਰ ਰਿਐਕਟਰ ਦੇ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ। ਨਿਊਕਲੀਅਰ ਰਿਐਕਟਰ ਜਿਹੜੀ ਹੁੰਦੀ ਹੈ ਕੀ ਚੀਜ਼ ਹੁੰਦੀ ਆ। ਦੇਖੋ ਇਹਦੇ ਵਿੱਚ ਨਿਊਕਲੀਅਰ ਰਿਐਕਟਰ ਦੇ ਵਿੱਚ ਆਪਣੇ ਕੋਲ ਕੀ ਆ, ਕੰਟਰੋਲ ਰੋਡਸ ਆ ਗਈਆਂ ਆ, ਠੀਕ ਆ। ਕੰਟਰੋਲ ਰੋਡਸ ਦਾ ਕੰਮ ਤੁਹਾਨੂੰ ਦੱਸਿਆ ਸੀ ਇਹਨਾਂ ਨੇ ਕੀ ਕਰਨਾ ਹੁੰਦਾ, ਜਿਹੜਾ ਫਿਜ਼ਨ ਰਿਐਕਸ਼ਨ ਹੁੰਦੀ ਉਹਨੂੰ। ਸੋ ਜਿਹੜਾ ਨਿਊਕਲੀਅਰ ਰਿਐਕਟਰ ਹੁੰਦਾ ਨਾ, ਨਿਊਕਲੀਅਰ ਰਿਐਕਟਰ ਦੇ ਵਿੱਚ ਵੀ ਕਾਫੀ ਆਪਣੇ ਕੋਲ ਐਲੀਮੈਂਟਸ ਹੁੰਦੇ ਆ। ਸੋ ਨਿਊਕਲੀਅਰ ਰਿਐਕਟਰ ਦਾ ਜਿਹੜਾ ਮੇਨ ਕੰਮ ਹੁੰਦਾ ਉਹ ਕੰਮ ਉਹਦਾ ਇਹੀ ਹੁੰਦਾ ਆ ਕਿ ਉਹਨੇ ਕੀ ਕਰਨਾ ਹੁੰਦਾ, ਉੱਥੇ ਫਿਜ਼ਨ ਪ੍ਰੋਸੈਸ ਨੂੰ ਜਿਹੜਾ ਹੁੰਦਾ ਉਹਨੂੰ ਕੰਪਲੀਟ ਕਰਨਾ ਹੁੰਦਾ, ਜਿਹਦੇ ਵਿੱਚ ਕੀ ਹੁੰਦਾ ਐਟਮ ਜਿਹੜੇ ਹੁੰਦੇ ਆ ਸਪਲਿਟ ਹੁੰਦੇ ਆ ਅਤੇ ਐਨਰਜੀ ਰਿਲੀਜ਼ ਹੁੰਦੀ ਆ, ਠੀਕ ਹੈ। ਨਿਊਕਲੀਅਰ ਰਿਐਕਟਰ ਜਿਹੜਾ ਯਾਨੀ ਕਿ ਆਹ ਜਿਹੜੀ ਇੰਨੀ ਚੀਜ਼ ਹੈ ਇਹਦਾ ਇਹੀ ਕੰਮ ਹੁੰਦਾ ਕਿ ਆਪਾਂ ਇੱਥੇ ਹੀਟ ਪ੍ਰੋਡਿਊਸ ਕਰਨੀ ਹੁੰਦੀ ਹੈ। ਕਿੱਦਾਂ ਕਰਨੀ ਹੁੰਦੀ ਹੈ, ਫਿਜ਼ਨ ਪ੍ਰੋਸੈਸ ਨੂੰ ਕਰਕੇ, ਜਿਹਦੇ ਵਿੱਚ ਕੀ ਹੁੰਦਾ ਐਟਮ ਸਪਲਿਟ ਹੁੰਦੇ ਆ ਅਤੇ ਐਨਰਜੀ ਜਿਹੜੀ ਆ ਰਿਲੀਜ਼ ਹੁੰਦੀ ਹੈ। ਸੋ ਰਿਐਕਟਰ ਦੇ ਵਿੱਚ ਆਪਾਂ ਜਿਹੜਾ ਫਿਊਲ ਯੂਜ਼ ਕਰਦੇ ਯੂਰੇਨੀਅਮ ਯੂਜ਼ ਕਰਦੇ ਹਾਂ, ਅਤੇ ਇਹ ਉਹ ਡਿਵਾਈਸ ਹੁੰਦੀ ਹੈ ਜਿਹੜੀ ਕਿ ਨਿਊਕਲੀਅਰ ਚੇਨ ਰਿਐਕਸ਼ਨ ਨੂੰ ਕੰਟਰੋਲਡ ਨਿਊਕਲੀਅਰ ਚੇਨ ਰਿਐਕਸ਼ਨ ਨੂੰ ਇਨੀਸ਼ੀਏਟ ਕਰਦੀ। ਸੋ ਆਹ ਦੇਖੋ ਤੁਸੀਂ ਆਹ ਡਾਇਗਰਾਮ ਦੇਖ ਰਹੇ ਹੋ, ਆਹ ਜਿਹੜਾ ਹੈ ਇਹਦਾ ਸਟੋਰੇਜ ਹੁੰਦੀ ਹੈ, ਫਿਊਲ ਦੀ ਸਟੋਰੇਜ ਜਿਹੜੀ ਹੁੰਦੀ ਹੈ ਉਹ ਇੱਥੇ ਕੀਤੀ ਹੁੰਦੀ ਹੈ ਆਪਾਂ ਫਿਊਲ ਦੀ ਸਟੋਰੇਜ। ਇਹ ਅੰਦਰ ਲਾ ਤੇ ਜਿਹੜਾ ਗਲੋ ਦੇਖ ਰਹੇ ਹੋ ਇਹ ਕੋਈ ਡਿਫੈਕਟ ਨਹੀਂ ਆ, ਇਹ ਫਿਊਲ ਦਾ ਹੀ ਗਲੋ ਆ। ਫਿਊਲ ਦਾ ਜਿਹੜਾ ਆਪਣਾ ਗਲੋ ਹੁੰਦਾ ਇੱਦਾਂ ਦਾ ਹੁੰਦਾ। ਅਤੇ ਜਿਹੜਾ ਤੁਸੀਂ ਆਹ ਦੇਖੋ ਆਹ ਦੇਖ ਰਹੇ ਹੋ ਡਾਇਗਰਾਮ ਆਪਣੇ ਰਾਈਟ ਹੈਂਡ ਸਾਈਡ 'ਤੇ, ਇਹ ਡਾਇਗਰਾਮ ਜਿਹੜਾ ਹੈ ਇਹ ਨਿਊਕਲੀਅਰ ਰਿਐਕਟਰ ਦੇ ਅੰਦਰਲਾ ਡਾਇਗਰਾਮ ਆ। ਵੈਸੇ ਨਿਊਕਲੀਅਰ ਰਿਐਕਟਰ ਕੋਈ ਅੰਦਰ ਕਿਸੇ ਨੂੰ ਜਾਣ ਨਹੀਂ ਦਿੰਦੇ ਉੱਥੇ, ਬਟ ਇਹ ਜਿਹੜਾ ਤੁਹਾਨੂੰ ਡਿਸਪਲੇ ਕੀਤਾ ਹੋਇਆ ਉਹਨਾਂ ਨੇ ਕਿ ਇੱਦਾਂ ਉੱਥੇ ਅੰਦਰ ਹੁੰਦਾ। ਸੋ ਆਹ ਜਿਹੜਾ ਤੁਸੀਂ ਆਹ ਗਲੋ ਦੇਖ ਰਹੇ ਹੋ ਨਾ, ਇਹ ਐਕਚੁਅਲ ਦੇ ਵਿੱਚ ਜਿਹੜਾ ਫਿਊਲ ਆ ਇਹ ਹੀਟਅਪ ਹੋ ਰਿਹਾ ਆ, ਠੀਕ ਆ। ਜਿਹੜਾ ਫਿਊਲ ਆ ਇਹ ਹੀਟਅਪ ਹੋ ਰਿਹਾ, ਅਤੇ ਆ ਜਿਹੜੀਆਂ ਰੋਡਸ ਤੁਸੀਂ ਦੇਖ ਰਹੇ ਹੋ ਕੰਟਰੋਲ ਰੋਡਸ ਆ, ਜਿਨ੍ਹਾਂ ਦੇ ਨਾਲ ਆਪਾਂ ਕੀ ਕਰਦੇ ਹਾਂ ਜਿਹੜਾ ਪ੍ਰੋਸੈਸ ਹੁੰਦਾ ਉਹਨੂੰ ਸਲੋ ਜਾਂ ਤੇਜ਼ ਕਰ ਸਕਦੇ ਹਾਂ। ਬਾਕੀ ਕੰਮ ਜਿਹੜਾ ਹੁੰਦਾ ਇਹਦਾ ਸਿੰਪਲ ਹੁੰਦਾ। ਆਪਾਂ ਇਹਦੇ ਨਾ ਜਿਹੜੇ ਨਿਊਕਲੀਅਰ ਰਿਐਕਟਰ ਦੇ ਵਿੱਚ ਐਲੀਮੈਂਟ ਹੁੰਦੇ ਆਪਾਂ ਉਹਨਾਂ ਨੂੰ ਸਟੱਡੀ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਓਵਰਆਲ ਜਿਹੜਾ ਹੁੰਦਾ ਇਹਦਾ ਕੰਮ ਕਿੱਦਾਂ ਹੁੰਦਾ ਅਤੇ ਮੇਨ ਕਿਹੜੇ ਪਾਰਟਸ ਹੁੰਦੇ ਆ। ਬਾਕੀ ਕੁਛ ਇਹਦੇ ਵਿੱਚ ਦੇਖੋ ਜਿਹੜਾ ਆਊਟਰ ਸਰਫੇਸ ਹੈ ਇਹਨੂੰ ਤੁਸੀਂ ਲਿਖ ਰਹੀ ਹੋ ਬਾਇਓਲੋਜੀਕਲ ਸ਼ੀਲਡ ਹੁੰਦੀ ਹੈ, ਇਹਦਾ ਨਾਮ ਇੱਥੇ ਮੈਂਸ਼ਨ ਨਹੀਂ ਕੀਤਾ ਹੋਇਆ, ਨਾਮ ਇਹਦਾ ਲਿਖ ਰਹੀ ਹੋ ਬਾਇਓਲੋਜੀਕਲ ਸ਼ੀਲਡ ਹੁੰਦੀ ਆ। ਇਹ ਜਿਹੜੀ ਆ ਹੁੰਦੀ ਹੈ ਪ੍ਰੈਸ਼ਰ ਵੈਸਲ ਹੁੰਦੀ ਆ। ਦੈਨ ਮੋਡਰੇਟਰ ਹੁੰਦਾ ਜਿਹੜਾ ਗ੍ਰੇਫਾਈਟ ਹੁੰਦਾ, ਮੋਡਰੇਟਰ ਗ੍ਰੇਫਾਈਟ ਦਾ ਮੋਸਟਲੀ ਬਣਿਆ ਹੁੰਦਾ। ਇਹਦੇ ਕਰਕੇ ਹੀ ਇਨੀਸ਼ੀਅਲ ਪ੍ਰੋਸੈਸ ਜਿਹੜਾ ਹੁੰਦਾ ਨਾ ਸਟਾਰਟ ਹੁੰਦਾ। ਆਹ ਮੇਰੇ ਕੋਲ ਫਿਊਲ ਆ, ਇਹਦੇ ਵਿੱਚ ਜਿਹੜਾ ਡਾਰਕ ਕਲਰ ਦਾ ਦੇਖੋ ਯੂਰੇਨੀਅਮ ਆ, ਇਹ ਫਿਊਲ ਆ U235 ਆ, ਅਤੇ ਇਹਦੇ ਸੈਂਟਰ ਦੇ ਵਿੱਚ ਮੋਡਰੇਟਰ ਆ। ਮੋਡਰੇਟਰ ਕੀ ਕਰਦਾ, ਚੇਨ ਰਿਐਕਸ਼ਨ ਨੂੰ ਸਟਾਰਟ ਕਰਦਾ, ਅਤੇ ਉੱਪਰ ਕੰਟਰੋਲ ਰੋਡ ਆ, ਕੰਟਰੋਲ ਰੋਡ ਕੀ ਕਰਦਾ ਪ੍ਰੋਸੈਸ ਨੂੰ ਕੰਟਰੋਲ ਕਰਦਾ। ਉਸ ਤੋਂ ਬਾਅਦ ਕੂਲੈਂਟ ਹੁੰਦਾ ਆਪਣੇ ਕੋਲ, ਅਤੇ ਆਹ ਜਿਹੜਾ ਰਾਈਟ ਹੈਂਡ ਸਾਈਡ ਵਾਲਾ ਪਾਰਟ ਆ ਇਹ ਹੀਟ ਐਕਸਚੇਂਜਰ ਆ, ਇਹਨੂੰ ਵੀ ਨੋਟ ਕਰ ਲਿਓ ਹੀਟ ਐਕਸਚੇਂਜਰ ਆ। ਸੋ ਆ ਦੇਖੋ ਇੱਕ ਗ੍ਰਾਫਿਕ ਤੁਸੀਂ ਦੇਖ ਰਹੇ ਹੋ ਜਿਹਦੇ ਵਿੱਚ ਪ੍ਰੋਸੈਸ ਜਿਹੜਾ ਇਹ ਸਟਾਰਟ ਹੋ ਰਿਹਾ। ਦੇਖੋ ਇੱਥੇ ਬੰਦ ਆ, ਇੱਕਦਮ ਜਿਹੜਾ ਇਹ ਸਟਾਰਟ ਹੋ ਗਿਆ, ਠੀਕ ਹੈ।
ਸਟਾਰਟ ਵੀ ਇੱਕਦਮ ਹੁੰਦਾ, ਮੋਡਰੇਟਰ ਜੋ ਚੱਲਦਾ ਦੇਖੋ ਜਦੋਂ ਇੱਕਦਮ ਜਿਹੜੀ ਮੇਰੀ ਲਾਈਟ ਆ ਨਾ ਇਹ ਗਲੋ ਕਰਦੀ ਆ ਉਦੋਂ ਜਿਹੜਾ ਪ੍ਰੋਸੈਸ ਆ ਸਟਾਰਟ ਹੁੰਦਾ। ਹੁਣ ਬੰਦ ਆ ਦੇਖੋ ਇੱਕਦਮ ਜਿਹੜਾ ਪ੍ਰੋਸੈਸ ਆ ਇਹ ਸਟਾਰਟ ਹੋ ਗਿਆ। ਸੋ ਕੀ ਹੁੰਦਾ ਆ ਜਦੋਂ ਵੀ ਆਪਣਾ ਜਿਹੜਾ ਆਪਾਂ ਮੋਡਰੇਟਰ ਜਿਹੜੇ ਹੁੰਦੇ ਆ ਉਹਨਾਂ ਨੂੰ ਇਨੀਸ਼ੀਅਲਾਈਜ਼ ਕਰਦੇ ਆ, ਸਟਾਰਟ ਕਰਦੇ ਆ, ਤਾਂ ਉਹ ਕੀ ਕਰਦੇ ਆ ਫਿਜ਼ਨ ਪ੍ਰੋਸੈਸ ਜਿਹੜੇ ਆ ਨਾ ਸਟਾਰਟ ਕਰਾ ਦਿੰਦੇ ਆ। ਨਿਊਟਰੋਨਸ ਜਿਹੜੇ ਆ ਉਹ ਫਲੋ ਕਰਨੇ ਸਟਾਰਟ ਹੋ ਜਾਂਦੇ ਆ, ਜਿਹਦੇ ਕਰਕੇ ਜਿਹੜਾ ਮੇਰਾ ਫਿਜ਼ਨ ਪ੍ਰੋਸੈਸ ਦੇ ਵਿੱਚ ਚੇਨ ਰਿਐਕਸ਼ਨਸ ਹੁੰਦੀਆਂ ਨਾ ਉਹ ਸਟਾਰਟ ਹੋ ਜਾਂਦੀਆਂ, ਯਾਨੀ ਕਿ ਜਿਹੜੇ ਐਟਮ ਹੁੰਦੇ ਸਪਲਿਟ ਹੋਣੇ ਸਟਾਰਟ ਹੋ ਜਾਂਦੇ ਆ। ਤੇ ਜਿਹੜਾ ਤੁਸੀਂ ਇੱਕਦਮ ਜਿਹੜਾ ਗਲੋ ਹੁੰਦਾ ਦੇਖ ਰਹੇ ਹੋ ਨਾ, ਆ ਦੇਖੋ ਜਿਹੜਾ ਇੱਕਦਮ ਗਲੋ ਹੋਇਆ ਇਹ ਕੀ ਹੋਇਆ, ਇੱਥੇ ਇੱਕਦਮ ਐਟਮ ਜਿਹੜੇ ਆ ਸਪਲਿਟ ਹੋਣੇ ਸਟਾਰਟ ਹੋ ਗਏ ਇੱਕ ਦੂਜੇ ਤੋਂ, ਤਾਂ ਫਿਜ਼ਨ ਜਿਹੜਾ ਇੱਥੇ ਸਟਾਰਟ ਹੋ ਗਿਆ ਅਤੇ ਬਹੁਤ ਸਾਰੀ ਹੀਟ ਜਿਹੜੀ ਇੱਥੇ ਪ੍ਰੋਡਿਊਸ ਹੋਣੀ ਸਟਾਰਟ ਹੋ ਜਾਂਦੀ ਹੈ। ਸੋ ਇਹਦੇ ਵਿੱਚ ਕਾਫੀ ਜਿਹੜੇ ਆ ਪਾਰਟਸ ਹੁੰਦੇ ਆ। ਨਿਊਕਲੀਅਰ ਰਿਐਕਟਰ ਦੇ ਵਿੱਚ ਵੀ ਸਭ ਤੋਂ ਪਹਿਲਾਂ ਹੁੰਦਾ ਫਿਊਲ ਐਲੀਮੈਂਟ। ਸੋ ਆਹ ਦੇਖੋ ਜਿੱਦਾਂ ਤੁਹਾਨੂੰ ਕਿਹਾ ਸੀ ਨਾ ਇੱਕ ਰੋਡ ਦੇ ਵਿੱਚ ਆਪਾਂ ਯੂਰੇਨੀਅਮ ਦੀਆਂ ਜਿਹੜੀਆਂ ਹੁੰਦੀਆਂ ਟੈਬਲੇਟਸ ਪਾਈਆਂ ਹੁੰਦੀਆਂ, ਦੇਖੋ ਜਿਹੜੀ ਆਹ ਰੋਡ ਤੁਸੀਂ ਦੇਖ ਰਹੇ ਹੋ ਲੰਬੀ ਜੀ, ਉਹ ਆਹ ਹੁੰਦੀ ਆ ਦੇਖਣ ਦੇ ਵਿੱਚ, ਠੀਕ ਆ। ਸੋ ਇੱਕ ਰੋਡ ਜਿਹੜੀ ਹੁੰਦੀ ਨਾ ਉਹਦੇ ਵਿੱਚ ਦੇਖੋ ਕਾਫੀ ਜਿਹੜੀਆਂ ਨਾ ਆਪਣੇ ਆਹ ਪਾਈਆਂ ਹੁੰਦੀਆਂ ਆਪਾਂ ਟੈਬਲੇਟਸ ਪਾਈਆਂ ਹੁੰਦੀਆਂ ਯੂਰੇਨੀਅਮ ਦੀਆਂ। ਯੂਰੇਨੀਅਮ ਪੂਰਾ ਆਪਾਂ ਮੈਟਲ ਨਹੀਂ ਯੂਜ਼ ਕਰਦੇ ਉਹਨੂੰ, ਯਾਨੀ ਕਿ ਇੱਕ ਸਿੰਪਲ ਰੋਡ ਹੀ ਨਹੀਂ ਹੁੰਦੀ ਮੈਟਲ ਦੀ। ਜਿਹੜੀ ਆਪਣੀ ਰੋਡ ਹੁੰਦੀ ਹੈ ਇੱਕ ਰੋਡ ਨੂੰ ਮੰਨ ਲਓ ਜਿੱਦਾਂ 20 ਹਿੱਸੇ ਹੁੰਦੇ ਆ ਉਹਦੇ ਵਿੱਚ ਇਹਦੇ ਯੂਰੇਨੀਅਮ ਦੇ, ਜਿੱਦਾਂ ਇੱਕ ਰੋਡ ਦੀ ਲੈਂਥ ਮੰਨ ਲਓ 1 ਮੀਟਰ ਦੀ ਲੈਂਥ ਆ ਇਹਦੀ, ਤਾਂ ਇਹਦੇ ਵਿੱਚ ਕੀ ਹੋਣਗੇ 20 ਟੈਬਲੇਟਸ ਹੋਣਗੀਆਂ ਯੂਰੇਨੀਅਮ ਦੀਆਂ ਅਲੱਗ-ਅਲੱਗ, ਇੱਕ ਸਿੰਗਲ ਟੈਬਲੇਟ ਨਹੀਂ ਹੋਊਗੀ। ਅਤੇ ਜਿਹੜੀ ਇੱਕ ਰੋਡ ਆ ਇਹ ਇਕੱਲੀ ਨਹੀਂ ਯੂਜ਼ ਕਰਦੇ, ਇਹਦੇ ਆਪਾਂ ਬੰਡਲ ਬਣਾ ਲੈਂਦੇ ਆ 20 ਜਾਂ 25 ਦਾ, ਜਿਹਨੂੰ ਆਪਾਂ ਐਜ਼ ਆ ਫਿਊਲ ਯੂਜ਼ ਕਰਦੇ। ਜਿੱਦਾਂ ਦੇਖੋ ਯਾਰ ਜਿਹੜੇ ਰੈਕ ਬਣੇ ਹੋਏ ਆ ਨਾ ਇਹਨਾਂ ਨੂੰ ਪਾਣੀ ਦੇ ਵਿੱਚ ਰੱਖਿਆ ਹੋਇਆ, ਸੋ ਇਹਦੇ ਵਿੱਚ ਆਪਾਂ ਫਿਊਲ ਨੂੰ ਰੱਖਦੇ ਹਾਂ। ਸੋ ਇਹਦੇ ਵਿੱਚ ਹੀ ਕੀ ਹੁੰਦਾ ਆ ਉਹਦਾ ਜਿਹੜਾ ਹੁੰਦਾ ਪ੍ਰੋਸੈਸ ਹੁੰਦਾ ਨਾ, ਇਹ ਜਦੋਂ ਇੱਕ ਵਾਰ ਯੂਜ਼ ਕਰ ਲਿਆ ਆਪਾਂ ਉਹਨੂੰ ਦੁਬਾਰਾ ਉਹਨੂੰ ਆਪਾਂ ਪਾਣੀ ਦੇ ਵਿੱਚ ਰੱਖਦੇ ਹਾਂ ਅਤੇ ਫਿਊਲ ਜਿਹੜਾ ਹੁੰਦਾ ਦੁਬਾਰਾ ਆਪਣੀਆਂ ਪ੍ਰੋਪਰਟੀਜ਼ ਨੂੰ ਰੀਗੇਨ ਕਰ ਲੈਂਦਾ, ਦੁਬਾਰਾ ਆਪਾਂ ਉਹਨੂੰ ਯੂਜ਼ ਕਰ ਲੈਂਦੇ ਹਾਂ, ਠੀਕ ਆ। ਸੋ ਫਿਊਲ ਐਲੀਮੈਂਟ ਜਿਹੜਾ ਹੁੰਦਾ ਫਿਜ਼ਨੇਬਲ ਮਟੀਰੀਅਲ ਹੁੰਦਾ ਨਿਊਕਲੀਅਰ ਰਿਐਕਸ਼ਨ ਦੇ ਵਿੱਚ, ਜਿਹਦੇ ਵਿੱਚ ਫਿਜ਼ਨ ਪ੍ਰੋਸੈਸ ਦੇ ਨਾਲ ਹੀਟ ਪ੍ਰੋਡਿਊਸ ਹੁੰਦੀ, ਉਹ ਅਤੇ ਮਟੀਰੀਅਲ ਹੁੰਦਾ ਕਿਹੜਾ ਐਨਰੀਚਡ ਯੂਰੇਨੀਅਮ 235 ਹੁੰਦਾ, ਠੀਕ ਆ। ਯਾਦ ਰੱਖਿਓ ਐਨਰੀਚਡ ਹੁੰਦਾ। ਵੈਸੇ ਐਕਚੁਅਲੀ ਕੀ ਹੁੰਦਾ ਜਿਹੜਾ ਆਪਾਂ ਨੂੰ ਨੈਚੁਰਲ ਯੂਰੇਨੀਅਮ ਮਿਲਦਾ ਨਾ ਉਹਦੇ ਵਿੱਚ ਤਾਂ 0.7% ਯੂਰੇਨੀਅਮ ਹੀ ਹੁੰਦਾ, ਇਸ ਕਰਕੇ ਉਹਨੂੰ ਜਿਹੜਾ ਆਪਾਂ ਡਾਇਰੈਕਟਲੀ ਨਹੀਂ ਯੂਜ਼ ਕਰ ਸਕਦੇ, ਕਿਉਂਕਿ ਜੇ ਆਪਾਂ ਡਾਇਰੈਕਟਲੀ ਯੂਜ਼ ਕਰਾਂਗੇ ਉਹ ਇੰਨੀ ਜ਼ਿਆਦਾ ਹੀਟ ਨਹੀਂ ਪ੍ਰੋਡਿਊਸ ਕਰੂਗਾ। ਸੋ ਇਸ ਕਰਕੇ ਉਹ ਜਿਹੜਾ ਯੂਰੇਨੀਅਮ ਹੁੰਦਾ ਨਾ ਉਹਨੂੰ ਪਹਿਲਾਂ ਆਪਾਂ ਕੀ ਕਰਦੇ ਹਾਂ ਪ੍ਰੋਸੈਸ ਕਰਦੇ ਹਾਂ। ਸੋ ਜਿਹੜਾ ਪ੍ਰੋਸੈਸ ਕਰਦੇ ਆ ਨਾ ਉਹਨੂੰ ਆਪਾਂ ਕਹਿੰਦੇ ਹਾਂ ਐਨਰੀਚਮੈਂਟ। ਜਿਹੜਾ 0.7% ਯੂਰੇਨੀਅਮ ਹੁੰਦਾ ਉਹ ਇੰਨਾ ਉਹ ਨਹੀਂ ਹੁੰਦਾ ਕਿ ਹੀਟ ਜ਼ਿਆਦਾ ਪ੍ਰੋਡਿਊਸ ਕਰ ਸਕੇ, ਇਸ ਕਰਕੇ ਉਹਨੂੰ ਪ੍ਰੋਸੈਸ ਕਰਦੇ ਹਾਂ। ਸੋ ਉਹ ਜਿਹੜਾ ਪ੍ਰੋਸੈਸ ਹੁੰਦਾ ਨਾ ਉਹਨੂੰ ਆਪਾਂ ਕਹਿੰਦੇ ਹਾਂ ਐਨਰੀਚਮੈਂਟ, ਅਤੇ ਜਿਹੜਾ ਮਟੀਰੀਅਲ ਨਿਕਲ ਕੇ ਆਉਂਦਾ ਉਹਨੂੰ ਆਪਾਂ ਕਹਿੰਦੇ ਹਾਂ ਐਨਰੀਚਡ ਯੂਰੇਨੀਅਮ 235। ਇਸੇ ਕਰਕੇ ਆਪਾਂ ਨਾਮ ਜਿਹੜਾ ਇਕੱਲਾ ਯੂਰੇਨੀਅਮ 235 ਨਹੀਂ ਲਿਖਿਆ, ਐਨਰੀਚਡ ਯੂਰੇਨੀਅਮ 235 ਲਿਖਿਆ। ਸੋ ਜਿਹੜਾ ਯੂਰੇਨੀਅਮ ਹੁੰਦੇ ਨੇ ਸਮੋਲ ਸਿਰਾਮਿਕ ਦੀਆਂ ਪੈਲੇਟਸ ਦੇ ਵਿੱਚ ਆਪਾਂ ਕਰਦੇ ਹਾਂ, ਠੀਕ ਆ। ਉਹ ਪੈਲੇਟਸ ਆ ਦੇਖੋ ਪੈਲੇਟਸ ਆ ਯੂਰੇਨੀਅਮ ਦੀਆਂ, ਇਹਨਾਂ ਨੂੰ ਆਪਾਂ ਕੀ ਕਰਦੇ ਹਾਂ ਇੱਕ ਸੀਲਡ ਮੈਟਲ ਟਿਊਬ ਦੇ ਵਿੱਚ ਪਾਉਂਦੇ ਹਾਂ। ਜਿਹੜੀ ਮੈਟਲ ਦੀ ਟਿਊਬ ਹੁੰਦੀ ਹੈ ਜਰਕੋਨੀਅਮ ਦੀ ਬਣੀ ਹੁੰਦੀ, ਯਾਦ ਰੱਖਿਓ, ਠੀਕ ਆ। ਜਰਕੋਨੀਅਮ ਦੀ ਬਣੀ ਹੁੰਦੀ ਹੈ ਇਹ ਜਿਹੜੀ ਟਿਊਬ ਹੁੰਦੀ ਹੈ ਜਿਹਦੇ ਵਿੱਚ ਯੂਰੇਨੀਅਮ ਨੂੰ ਆਪਾਂ ਰੱਖਦੇ ਹਾਂ, ਅਤੇ ਇਹ ਜਿਹੜੀ ਜਰਕੋਨੀਅਮ ਦੀ ਟਿਊਬ ਹੁੰਦੀ ਹੈ ਇਹਨੂੰ ਆਪਾਂ ਫਿਊਲ ਰੋਡ ਕਹਿ ਦਿੰਦੇ ਹਾਂ, ਠੀਕ ਆ। ਅਤੇ ਜਿਹੜੀ ਇੱਕ ਅਸੈਂਬਲੀ ਹੁੰਦੀ ਹੈ ਜਿੱਦਾਂ ਇੱਕ ਅਸੈਂਬਲੀ ਇਹਦੇ ਵਿੱਚ 200 ਤੋਂ ਵੱਧ ਰੋਡਸ ਹੁੰਦੀਆਂ, ਠੀਕ ਆ। ਸੋ 200 ਤੋਂ ਵੱਧ ਰੋਡਸ ਹੁੰਦੀਆਂ ਇੱਕ ਬੰਡਲ ਦੇ ਵਿੱਚ, ਜਿਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਫਿਊਲ ਅਸੈਂਬਲੀ ਆ। ਸੋ ਮੇਰੇ ਕੋਲ ਫਿਊਲ ਅਸੈਂਬਲੀ ਹੋਈ, ਫਿਊਲ ਅਸੈਂਬਲੀ ਦੇ ਵਿੱਚ 200 ਫਿਊਲ ਰੋਡਸ ਹੋਣਗੀਆਂ, ਅਤੇ ਫਿਊਲ ਰੋਡਸ ਦੇ ਵਿੱਚ ਕੀ ਆ ਇੱਕ ਰੋਡ ਦੇ ਵਿੱਚ 20 ਜਿਹੜੇ ਆ ਯੂਰੇਨੀਅਮ ਫਿਊਲ ਦੇ ਪੈਲੇਟਸ ਹੋਣਗੇ, ਜਾਂ ਟੈਬਲੇਟਸ ਕਹਿ ਸਕਦੇ ਹਾਂ ਤੁਸੀਂ, ਇਹ ਹੋਣਗੇ ਜਿਹਨੂੰ ਆਪਾਂ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਕੂਲੈਂਟ ਆ ਜਾਂਦਾ। ਕੂਲੈਂਟ ਆ ਦੇਖੋ ਇੱਥੋਂ ਫਲੋ ਕਰਦਾ ਕੂਲੈਂਟ, ਆਹ ਦੇਖੋ ਆ ਕੂਲੈਂਟ ਲਿਖਿਆ ਹੋਇਆ ਨਾ, ਕੂਲੈਂਟ ਫਲੋ ਕਰਦਾ। ਐਕਚੁਅਲ 'ਚ ਕੀ ਹੁੰਦਾ ਜਿਹੜਾ ਕੂਲੈਂਟ ਹੁੰਦਾ ਨਾ ਇਹਨੂੰ ਆਪਾਂ ਗਰਮ ਕਰਨ ਵਾਸਤੇ ਵੀ ਯੂਜ਼ ਕਰਦੇ ਹਾਂ, ਚੀਜ਼ ਨੂੰ ਠੰਡਾ ਕਰਨ ਵਾਸਤੇ ਵੀ ਯੂਜ਼ ਕਰ ਸਕਦੇ ਹਾਂ, ਠੀਕ ਆ। ਸੋ ਕੂਲੈਂਟ ਉਹ ਸਬਸਟੈਂਸ ਹੁੰਦਾ ਹੈ ਆਪਣੇ ਨਿਊਕਲੀਅਰ ਪਾਵਰ ਪਲਾਂਟ ਦੇ ਵਿੱਚ ਜਿਹੜਾ ਹੀਟ ਐਨਰਜੀ ਨੂੰ ਕੀ ਕਰਦਾ ਆ ਹੀਟ ਐਕਸਚੇਂਜਰ ਦੇ ਵਿੱਚ ਲੈ ਕੇ ਜਾਂਦਾ। ਸੋ ਮੋਸਟਲੀ ਜਿਹੜੇ ਰਿਐਕਟਰ ਹੁੰਦੇ ਆ ਇਹਨਾਂ ਦੇ ਵਿੱਚ ਆਪਾਂ ਸੋਡੀਅਮ ਜਿਹੜਾ ਹੁੰਦਾ ਉਹੀ ਮੈਟਲ ਨੂੰ ਜਿਹੜਾ ਯੂਜ਼ ਕਰਦੇ ਹਾਂ ਐਜ਼ ਅ ਕੂਲੈਂਟ। ਕਈਆਂ ਦੇ ਵਿੱਚ ਆਪਾਂ ਜਿਹੜਾ ਕਾਰਬਨ ਡਾਈਆਕਸਾਈਡ ਜਾਂ ਵਾਟਰ ਨੂੰ ਵੀ ਯੂਜ਼ ਕਰ ਸਕਦੇ ਹਾਂ, ਮੋਸਟਲੀ ਸੋਡੀਅਮ ਨੂੰ ਯੂਜ਼ ਕਰਦੇ ਹਾਂ। ਸੋ ਕੂਲੈਂਟ ਦੇ ਵਿੱਚ ਕੀ ਹੋਊਗਾ, ਜਿੱਦਾਂ ਮੇਰਾ ਮੰਨ ਲਓ ਇੱਥੇ ਮੇਰਾ ਮੋਡਰੇਟਰ ਇਨਸਰਟ ਕੀਤਾ ਆਪਾਂ, ਯੂਰੇਨੀਅਮ ਜਿਹੜਾ ਹੋਇਆ ਇਹਦੇ ਵਿੱਚ ਫਿਜ਼ਨ ਪ੍ਰੋਸੈਸ ਸਟਾਰਟ ਹੋ ਗਿਆ, ਐਟਮ ਸਪਲਿਟ ਹੋਣੀ ਸਟਾਰਟ ਹੋਏ, ਇੱਕਦਮ ਹੀਟ ਪ੍ਰੋਡਿਊਸ ਹੋਈ, ਤਾਂ ਕੀ ਹੋਊਗਾ ਜਿਹੜਾ ਕੂਲੈਂਟ ਹੋਊਗਾ ਨਾ ਉਹ ਗਰਮ ਹੋ ਜਾਊਗਾ। ਗਰਮ ਹੋ ਕੇ ਉਹ ਕੂਲੈਂਟ ਨੇ ਕੀ ਕਰਨਾ ਹੀਟ ਐਕਸਚੇਂਜਰ 'ਚ ਜਾਣਾ। ਹੀਟ ਐਕਸਚੇਂਜਰ ਹੁਣ ਟਿਊਬ ਦੇਖੋ ਗਰਮ ਹੋਊਗੀ, ਇਹਦੇ ਆਲੇ ਦੁਆਲੇ ਜਿਹੜਾ ਪਾਣੀ ਕੀ ਹੋਊਗਾ ਉਹ ਪਾਣੀ ਜਿਹੜਾ ਹੋਊਗਾ ਟਿਊਬ ਦੀ ਹੀਟ ਨੂੰ ਐਬਜ਼ੋਰਬ ਕਰ ਲੂਗਾ। ਸੋ ਹੀਟ ਜ਼ਿਆਦਾ ਹੁੰਦੀ ਹੈ, ਇਸ ਕਰਕੇ ਉਹ ਪਾਣੀ ਜਿਹੜਾ ਹੁੰਦਾ ਨਾ ਐਬਜ਼ੋਰਬ ਕਰਨ ਲੱਗੇ ਸਟੀਮ ਬਣ ਕੇ ਸਟੀਮ ਆਊਟਲੈਟ ਦੇ ਥਰੂ ਬਾਹਰ ਚਲੇ ਜਾਂਦਾ, ਅਤੇ ਉਹ ਜਿਹੜਾ ਵਿੱਚ ਕੂਲੈਂਟ ਹੁੰਦਾ ਉਹ ਆਪ ਠੰਡਾ ਹੋ ਜਾਂਦਾ। ਯਾਨੀ ਕਿ ਜਿਹੜਾ ਕੂਲੈਂਟ ਆ ਉਹ ਪਾਣੀ ਨੂੰ ਗਰਮ ਕਰ ਦਿੰਦਾ, ਆਪ ਕੀ ਹੋ ਜਾਂਦਾ ਠੰਡਾ ਹੋ ਜਾਂਦਾ, ਅਤੇ ਉਹ ਜਿਹੜਾ ਠੰਡਾ ਕੂਲੈਂਟ ਹੁੰਦਾ ਉਹਨੂੰ ਆਪਾਂ ਦੁਬਾਰਾ ਰਿਐਕਟਰ ਦੇ ਵਿੱਚ ਜਿਹੜਾ ਉਹ ਭੇਜ ਦਿੰਦੇ ਹਾਂ ਗਰਮ ਹੋਣ ਵਾਸਤੇ। ਅਤੇ ਜੇ ਮੰਨ ਲਓ ਮੈਂ ਪ੍ਰੋਸੈਸ ਨੂੰ ਸਲੋ ਕਰਨਾ ਫਿਰ ਮੈਂ ਕੰਟਰੋਲ ਰੋਡਸ ਨੂੰ ਇਨਸਰਟ ਕਰੂੰਗਾ।
ठीक है। सो ਆਪਾਂ ਕੂਲੈਂਟ ਦੇ ਬਾਰੇ ਪੜ੍ਹ ਲਿਆ। ਕੂਲੈਂਟ ਕੀ ਕਰਦਾ, એનર્ਜੀ ਨੂੰ ਹੀਟਰ ਜਿਹੜੀ ਹੁੰਦੀ ਆ ਉਹਨੂੰ ਹੀਟ ਐਕਸਚੇਂਜਰ ਤੱਕ ਲੈ ਕੇ ਜਾਣਾ। ਉਸ ਤੋਂ ਬਾਅਦ ਆਉਂਦਾ ਮੋਡਰੇਟਰ। ਜਿਹੜਾ ਮੋਡਰੇਟਰ ਹੁੰਦਾ ਨਾ, ਸਲੋ ਡਾਊਨ ਕਰਨ ਵਾਸਤੇ ਸਪੀਡ, ਜਿਹੜੀ ਨਿਊਟਰੋਨ ਦੀ ਸਪੀਡ ਹੁੰਦੀ ਨਾ ਉਹਨੂੰ ਸਲੋ ਡਾਊਨ ਕਰਨ ਵਾਸਤੇ ਯੂਜ਼ ਕਰਦਾ। ਅਤੇ ਜਿਹੜੀ ਆਪਣੀ ਨਿਊਕਲੀਅਰ ਫਿਜ਼ਨ ਦਾ ਪ੍ਰੋਸੈਸ ਹੁੰਦਾ ਨਾ, ਇਹ ਮੋਡਰੇਟਰ ਕਰਕੇ ਹੀ ਹੁੰਦਾ। ਠੀਕ ਆ, ਮੋਡਰੇਟਰ ਨਾ ਹੋਊਗਾ ਤਾਂ ਆਪਣਾ ਪ੍ਰੋਸੈਸ ਜਿਹੜਾ ਆ ਨਹੀਂ ਹੋਊਗਾ। ਸਟਾਰਟ ਸਪੈਲਿੰਗ ਮਿਸਟੇਕ ਆ, ਇੱਥੇ ਮੋਡਰੇਟਰ ਲਿਖ ਲਿਓ। ਠੀਕ ਆ, ਪੀ ਕੱਟ ਦਿਓ ਵਿੱਚੋਂ, ਮੋਡਰੇਟਰ ਆ ਸਪੈਲਿੰਗ। ਸੋ ਮੋਡਰੇਟਰ ਤੋਂ ਬਿਨਾਂ ਵੀ ਜਿਹੜਾ ਪੋਸੀਬਲ ਨਹੀਂ ਹੈ ਫਿਜ਼ਨ ਪ੍ਰੋਸੈਸ ਨੂੰ ਸਟਾਰਟ ਕਰਨਾ। ਉਸ ਤੋਂ ਬਾਅਦ ਕੰਟਰੋਲ ਰੋਡਸ। ਕੰਟਰੋਲ ਰੋਡ 'ਚ ਕੰਟਰੋਲਿੰਗ ਰੋਡ ਜਿਹੜਾ ਨੇ ਬੜਾ ਹੀ ਇੰਪੋਰਟੈਂਟ ਪਾਰਟ ਹੁੰਦਾ ਆ ਆਪਣੇ ਇਹਦਾ ਨਿਊਕਲੀਅਰ ਪਾਵਰ ਪਲਾਂਟ ਦਾ। ਹੁਣ ਦੇਖੋ ਆ ਮੇਰੇ ਕੋਲ ਕੀ ਆ, ਫਿਊਲ ਅਸੈਂਬਲੀ ਆ। ਠੀਕ ਆ, ਜਿਹੜੀ ਆ ਦੇਖੋ ਆ ਡਾਇਗਰਾਮ 'ਚ ਆ ਫਿਊਲ ਅਸੈਂਬਲੀ ਤੁਹਾਨੂੰ ਸ਼ੋ ਕੀਤੀ ਆ, ਉਹ ਆ ਫਿਊਲ ਅਸੈਂਬਲੀ ਆ। ਆ ਫਿਊਲ ਰੋਡ ਆ, ਜ਼ਰਕੋਨੀਅਮ ਦੀ ਬਣੀ ਆ। ਇਹਦੇ ਵਿੱਚ ਕੀ ਹੋਊਗਾ, ਇਹਦੇ ਵਿੱਚ ਟੈਬਲੇਟਸ ਹੋਣਗੀਆਂ ਛੋਟੀਆਂ ਛੋਟੀਆਂ U235 ਦੀਆਂ। ਅਤੇ ਆਹ ਜਿਹੜੀਆਂ ਚਾਰ ਤੁਸੀਂ ਦੇਖ ਰਹੇ ਹੋ ਇਹ ਕੰਟਰੋਲ ਰੋਡਸ ਹੁੰਦੀਆਂ ਆ। ਠੀਕ ਆ, ਸੋ ਕੰਟਰੋਲ ਰੋਡਸ ਜਿਹੜੀਆਂ ਹੁੰਦੀਆਂ ਐਕਚੁਅਲ ਦੇ ਵਿੱਚ, ਜੋ ਕਿ ਇਹਦਾ ਨਾਮ ਹੀ ਆ ਕੰਟਰੋਲ ਰੋਡਸ, ਯਾਨੀ ਕਿ ਇਹ ਕੀ ਕਰਨਗੀਆਂ, ਨਿਊਕਲੀਅਰ ਚੇਨ ਰਿਐਕਸ਼ਨ ਨੂੰ ਕੰਟਰੋਲ ਕਰਨਗੀਆਂ। ਸੋ ਨਿਊਕਲੀਅਰ ਪਾਵਰ ਪਲਾਂਟ ਦੇ ਵਿੱਚ ਜਿਹੜੀਆਂ ਕੰਟਰੋਲ ਰੋਡਸ ਹੁੰਦੀਆਂ ਨਾ, ਇਹ ਬੋਰੋਨ ਦੀਆਂ ਵੀ ਬਣੀਆਂ ਹੋ ਸਕਦੀਆਂ ਜਾਂ ਕੈਡਮੀਅਮ ਦੀਆਂ ਵੀ ਬਣੀਆਂ ਹੋ ਸਕਦੀਆਂ। ਅਤੇ ਕੀ ਕਰਦੀਆਂ ਇਹ ਐਬਜ਼ੋਰਬ ਕਰਦੀਆਂ ਨਿਊਟਰੋਨਸ ਨੂੰ, ਤਾਂ ਕਿ ਜਿਹੜੀ ਨਿਊਕਲੀਅਰ ਰਿਐਕਸ਼ਨ ਆ ਜਾਂ ਨਿਊਕਲੀਅਰ ਰਿਐਕਟਰ ਦੇ ਵਿੱਚ ਨਿਊਟਰੋਨਸ ਆ ਜਿਨ੍ਹਾਂ ਦੇ ਕਰਕੇ ਫਿਜ਼ਨ ਪ੍ਰੋਸੈਸ ਹੋ ਰਿਹਾ ਆ, ਉਹ ਕੀ ਹੋਵੇ, ਸਲੋ ਡਾਊਨ ਹੋ ਜਾਣ। ਜੇ ਮੈਂ ਕੰਟਰੋਲ ਰੋਡਸ ਨੂੰ ਇਨਸਰਟ ਕਰ ਰਿਹਾ ਵਿੱਚ, ਤਾਂ ਇਹ ਕੰਟਰੋਲ ਰੋਡਸ ਕੀ ਕਰਨਗੀਆਂ, ਜਿਹੜੇ ਨਿਊਟਰੋਨਸ ਆ ਫਿਊਲ ਦੇ ਵਿੱਚ, ਨਿਊਟਰੋਨਸ ਆ ਜਿਹੜੇ, ਉਹ ਨਿਊਟਰੋਨਸ ਨੂੰ ਇਹ ਐਬਜ਼ੋਰਬ ਕਰ ਲੈਣਗੀਆਂ ਕੰਟਰੋਲ ਰੋਡ। ਸੋ ਜਦੋਂ ਨਿਊਟਰੋਨਸ ਐਬਜ਼ੋਰਬ ਕਰ ਲਏ ਤਾਂ ਜਿਹੜਾ ਮੇਰਾ ਪ੍ਰੋਸੈਸ ਹੋਣਾ ਫਿਜ਼ਨ ਦਾ ਉਹ ਸਲੋ ਡਾਊਨ ਹੋ ਜਾਣਾ, ਅਤੇ ਜਿਹੜੀ ਮੇਰੀ ਹੀਟ ਪ੍ਰੋਡਿਊਸ ਹੋ ਰਹੀ ਉਹ ਘੱਟ ਹੋ ਜਾਣੀ ਹੈ। ਅਤੇ ਜੇ ਮੰਨ ਲਓ ਮੈਂ ਆਹ ਹੀਟ ਨੂੰ ਇਨਕਰੀਜ਼ ਕਰਨਾ, ਤਾਂ ਮੈਂ ਕੀ ਕਰੂੰਗਾ, ਕੰਟਰੋਲ ਰੋਡਸ ਨੂੰ ਬਾਹਰ ਕੱਢ ਲੈਣਾ। ਕੰਟਰੋਲ ਰੋਡ ਨੂੰ ਬਾਹਰ ਕੱਢ ਲਿਆ, ਹੁਣ ਨਿਊਟਰੋਨ ਜਿਹੜੇ ਆ ਉਹਨਾਂ ਦੀ ਸਪੀਡ ਇਨਕਰੀਜ਼ ਹੋ ਜਾਣੀ ਆ। ਉਹਨਾਂ ਦੀ ਸਪੀਡ ਇਨਕਰੀਜ਼ ਹੋਈ ਤਾਂ ਐਟਮ ਜਿਹੜੇ ਆ ਤੇਜ਼ੀ ਨਾਲ ਸਪਲਿਟ ਹੋਣੇ ਸਟਾਰਟ ਹੋ ਜਾਣੇ, ਅਤੇ ਹੀਟ ਉਨੀ ਜ਼ਿਆਦਾ ਮੇਰੇ ਕੋਲ ਪ੍ਰੋਡਿਊਸ ਹੋਣੀ ਹੈ। ਠੀਕ ਆ, ਸੋ ਇਹ ਜਿਹੜੀਆਂ ਰੋਡ ਹੁੰਦੀਆਂ ਫਿਊਲ ਦੇ ਵਿੱਚ ਐਜ਼ ਪਰ ਰਿਕੁਆਇਰਮੈਂਟ ਆਪਾਂ ਇਨਸਰਟ ਕਰਦੇ ਹਾਂ। ਯਾਨੀ ਕਿ ਮੰਨ ਲਓ ਜੇ ਮੈਂ ਸਲੋ ਡਾਊਨ ਕਰਨਾ ਪ੍ਰੋਸੈਸ ਨੂੰ, ਤਾਂ ਰੋਡ ਜਿਹੜੀਆਂ ਡੀਪਲੀ ਇਨਸਰਟ ਕਰਾਂਗੇ। ਜੇ ਮੈਂ ਇਨਕਰੀਜ਼ ਕਰਨਾ ਤਾਂ ਜਿਹੜੀਆਂ ਰੋਡ ਆ ਮੈਂ ਉਹਨਾਂ ਨੂੰ ਬਾਹਰ ਕੱਢ ਲੂँਗਾ। ਉਸ ਤੋਂ ਬਾਅਦ ਬਾਇਓਲੋਜੀਕਲ ਸ਼ੀਲਡ ਹੁੰਦੀ ਹੈ। ਬਾਇਓਲੋਜੀਕਲ ਸ਼ੀਲਡ ਜਿਹੜੀ ਹੁੰਦੀ ਹੈ ਕੰਕਰੀਟ ਜਾਂ ਸਟੀਲ ਦੀ ਬਣੀ ਹੁੰਦੀ ਆ। ਡਾਇਗਰਾਮ ਦੇ ਵਿੱਚ ਦੇਖ ਜਿਹੜਾ ਜਿਹਦੇ ਪਾਰਟ ਦੇ ਵਿੱਚ ਆ ਦੇਖੋ, ਆ ਜਿਹੜੀ ਆਊਟਰ ਸਰਫੇਸ ਆ ਨਾ, ਆਹ ਆਹ ਸਾਰਾ ਇਹ ਬਾਇਓਲੋਜੀਕਲ ਸ਼ੀਲਡ ਹੁੰਦੀ ਹੈ। ਬਾਇਓਲੋਜੀਕਲ ਸ਼ੀਲਡ ਇਸ ਕਰਕੇ ਹੁੰਦੀ ਹੈ ਤਾਂ ਕਿ ਜਿਹੜੀ ਵੀ ਰੇਡੀਓ ਐਕਟੀਵਿਟੀ ਆ ਨਾ ਉਹ ਬਾਹਰ ਨਾ ਜਾ ਸਕੇ, ਅੰਦਰ ਹੀ ਰਹਿ ਜਾਵੇ। ਉਸ ਤੋਂ ਬਾਅਦ 'ਚ ਰਿਫਲੈਕਟਰ ਵੀ ਜਿਹੜੇ ਹੁੰਦੇ ਆ ਉਹ ਉਸੇ ਮਟੀਰੀਅਲ ਦੇ ਬਣੇ ਹੁੰਦੇ ਆ ਜਿਹਦਾ ਆਪਣਾ ਮੋਡਰੇਟਰ ਬਣਿਆ ਹੁੰਦਾ। ਇਹ ਵੀ ਬਾਇਓਲੋਜੀਕਲ ਸ਼ੀਲਡ ਦੇ ਨਾਲ ਹੀ ਲੱਗੇ ਹੁੰਦੇ ਆ। ਰਿਫਲੈਕਟਰ ਇਸ ਕਰਕੇ ਆਪਾਂ ਯੂਜ਼ ਕਰਦੇ ਹਾਂ ਤਾਂ ਕਿ ਜਿਹੜੇ ਆਪਣੇ ਨਿਊਟਰੋਨਸ ਆ ਨਾ ਉਹ ਆਪਣੇ ਬਾਹਰ ਨਾ ਜਾ ਸਕਣ, ਨਿਊਕਲੀਅਰ ਰਿਐਕਟਰ ਦੇ ਵਿੱਚੋਂ ਬਾਹਰ ਨਾ ਜਾ ਸਕਣ। ਠੀਕ ਆ, ਸੋ ਰਿਫਲੈਕਟਰ ਕਰਦਾ, ਰਿਫਲੈਕਟ ਕਰਦਾ ਐਸਕੇਪਿੰਗ ਨਿਊਟਰੋਨਸ ਨੂੰ ਦੁਬਾਰਾ ਕੋਰ ਦੇ ਵਿੱਚ ਵਾਪਸ। ਠੀਕ, ਕਿਉਂਕਿ ਇਹੀ ਵਜ੍ਹਾ ਹੁੰਦੀ ਆ ਕਿ ਜਿਹੜਾ ਆਪਣਾ ਨਿਊਕਲੀਅਰ ਰਿਐਕਟਰ ਹੁੰਦਾ ਨਾ, ਇਹਦਾ ਜਿਹੜਾ ਸਾਈਜ਼ ਹੁੰਦਾ ਨਾ ਉਹ ਆਪਾਂ ਸਮੋਲ ਵੀ ਯੂਜ਼ ਕਰ ਸਕਦੇ ਹਾਂ, ਜ਼ਰੂਰੀ ਨਹੀਂ ਬਹੁਤ ਵੱਡਾ। ਆਪਾਂ ਜੇ ਮੰਨ ਲਓ ਆਪਣੇ ਨਿਊਟਰੋਨ ਜਿਹੜੇ ਆ ਦੁਬਾਰਾ ਕੋਰ 'ਚ ਵਾਪਸ ਨਾ ਆ ਸਕਣ ਤਾਂ ਆਪਾਂ ਨੂੰ ਕੀ ਆ, ਸਾਈਜ਼ ਵੱਡਾ ਯੂਜ਼ ਕਰਨਾ ਪੈਣਾ ਇਹਦਾ ਰਿਐਕਟਰ ਦਾ। ਬਟ ਹੁਣ ਕੀ ਆ, ਉਹ ਜਿਹੜੇ ਆ ਰਿਫਲੈਕਟਰ ਦੇ ਕਰਕੇ ਜਿਹੜੇ ਆ ਨਿਊਟਰੋਨਸ ਆ ਵਾਪਸ ਆ ਰਹੇ ਆ, ਅਤੇ ਉਹ ਨਿਊਟਰੋਨ ਜਿਹੜੇ ਆ ਨਾ ਦੁਬਾਰਾ ਆਪਣਾ ਕੰਮ ਕਰੀ ਜਾ ਰਹੇ ਆ ਵਾਪਸ ਆ ਕੇ ਵੀ। ਸੋ ਇਸ ਕਰਕੇ ਜਿਹੜਾ ਸਾਈਜ਼ ਵੀ ਹੁੰਦਾ ਰਿਐਕਟਰ ਦਾ ਜਿਹੜਾ ਹੁੰਦਾ ਨਾ ਉਹ ਛੋਟਾ ਹੋ ਜਾਂਦਾ ਇਹਦੇ ਕਰਕੇ ਹੀ। ਸੋ ਉਹਦੀ ਵਜ੍ਹਾ ਕਰਕੇ ਜਿਹੜਾ ਫਿਜ਼ਨੇਬਲ ਮਟੀਰੀਅਲ ਹੁੰਦਾ ਉਹ ਵੀ ਆਪਾਂ ਨੂੰ ਘੱਟ ਯੂਜ਼ ਕਰਨਾ ਪੈਂਦਾ, ਅਤੇ ਇਹ ਸੇਮ ਹੀ ਮਟੀਰੀਅਲ ਦਾ ਬਣਦਾ ਜਿਹਦਾ ਮੋਡਰੇਟਰ ਬਣਦਾ। ਨੈਕਸਟ ਮੇਰੇ ਕੋਲ ਆ ਜਾਂਦਾ ਹੀਟ ਐਕਸਚੇਂਜਰ। ਸੋ ਜਿਹੜਾ ਹੀਟ ਐਕਸਚੇਂਜਰ ਆ, ਨਾਮ ਤੋਂ ਹੀ ਪਤਾ ਲੱਗਦਾ ਹੀਟ ਐਕਸਚੇਂਜਰ, ਯਾਨੀ ਕਿ ਇਹਨੇ ਹੀਟ ਐਕਸਚੇਂਜ ਕਰਨੀ ਹੁੰਦੀ ਹੈ। ਸੋ ਜਿਹੜਾ ਹੀਟ ਐਕਸਚੇਂਜਰ ਹੈ ਇਹਨੂੰ ਆਪਾਂ ਕੂਲਿੰਗ ਪ੍ਰੋਸੈਸ ਵਾਸਤੇ ਵੀ ਯੂਜ਼ ਕਰ ਸਕਦੇ ਹਾਂ, ਹੀਟਿੰਗ ਵਾਸਤੇ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਠੀਕ ਆ, ਦੋਨਾਂ ਵਾਸਤੇ ਯੂਜ਼ ਕਰ ਸਕਦੇ। ਬਟ ਨਿਊਕਲੀਅਰ ਪਾਵਰ ਪਲਾਂਟ ਦੇ ਵਿੱਚ ਆਪਾਂ ਕਿੱਥੇ ਯੂਜ਼ ਕਰਦੇ ਹਾਂ, ਨਿਊਕਲੀਅਰ ਪਾਵਰ ਪਲਾਂਟ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਇਹਨੂੰ ਹੀਟਿੰਗ ਵਾਸਤੇ। ਠੀਕ ਆ, ਪਾਣੀ ਨੂੰ ਹੀਟ ਕਰਨ ਵਾਸਤੇ। ਸੋ ਨਿਊਕਲੀਅਰ ਪਾਵਰ ਪਲਾਂਟ ਦੇ ਵਿੱਚ ਨਿਊਕਲੀਅਰ ਜਿਹੜਾ ਫਿਜ਼ਨ ਦੇ ਕਰਕੇ ਹੀਟ ਹੁੰਦੀ ਹੈ ਉਹ ਹੀਟ ਨੂੰ ਐਕਸਟ੍ਰੈਕਟ ਕਰਦੇ ਹਾਂ ਆਪਾਂ ਹੀਟ ਐਕਸਚੇਂਜਰ ਦੇ ਨਾਲ। ਡਾਇਗਰਾਮ ਦੇ ਵਿੱਚ ਵੀ ਤੁਹਾਨੂੰ ਦਿਖਾ ਦੇਣਾ, ਇਸ ਡਾਇਗਰਾਮ ਦੇ ਵਿੱਚ ਵੀ ਤੁਸੀਂ ਦੇਖੋ, ਆਹ ਦੇਖੋ ਕੂਲੈਂਟ ਆਇਆ, ਹੀਟ ਐਕਸਚੇਂਜਰ ਆ। ਹੀਟ ਐਕਸਚੇਂਜਰ ਆ, ਇਹਦੇ ਵਿੱਚ ਕੂਲੈਂਟ ਗਰਮ ਸੀਗਾ, ਇਹਨੇ ਆਲੇ ਦੁਆਲੇ ਪਾਣੀ ਨੂੰ ਠੰਡਾ ਕਰਤਾ, ਗਰਮ ਕਰਤਾ ਸੌਰੀ, ਠੰਡਾ ਪਾਣੀ ਇਹਦੇ ਆਲੇ ਦੁਆਲੇ। ਕੂਲੈਂਟ ਇੱਧਰੋਂ ਆਇਆ, ਪਾਣੀ ਨੂੰ ਗਰਮ ਕੀਤਾ, ਆਪ ਠੰਡਾ ਹੋ ਕੇ ਦੁਬਾਰਾ ਚਲ ਗਿਆ ਰਿਐਕਟਰ ਦੇ ਵਿੱਚ, ਅਤੇ ਪਾਣੀ ਨੂੰ ਗਰਮ ਕਰਕੇ ਉਹਦੀ ਸਟੀਮ ਬਣਾਤੀ। ਠੀਕ ਆ, ਹੋਰ ਇਸ ਤੋਂ ਇਲਾਵਾ ਆਪਣੇ ਕੋਲ ਸਟੀਮ ਟਰਬਾਈਨ ਹੁੰਦੀ ਹੈ, ਇਹਦੇ ਵਿੱਚ ਆਲਟਰਨੇਟਰ ਹੁੰਦਾ, ਕੰਡੈਂਸਰ ਹੁੰਦਾ, ਕੂਲਿੰਗ ਟਾਵਰ ਹੁੰਦਾ। ਇਹ ਤੁਸੀਂ ਜਿਹੜੇ ਆ ਸਟੱਡੀ ਕਰ ਸਕਦੇ ਆ ਆਪਣੇ ਥਰਮਲ ਪਾਵਰ ਪਲਾਂਟ ਦੇ ਵਿੱਚੋਂ, ਇਹਨਾਂ ਦੀ ਵਰਕਿੰਗ ਸੇਮ ਹੀ ਹੁੰਦੀ ਹੈ। ਸਟੀਮ ਟਰਬਾਈਨ ਨੂੰ ਰੋਟੇਟ ਕਰਨਾ ਹੁੰਦਾ, ਪ੍ਰਾਈਮ ਮੂਵਰ ਵੀ ਕਹਿੰਦੇ ਨੇ ਇਹਨੂੰ, ਰਿਐਕਸ਼ਨ ਜਾਂ ਇੰਪਲਸ ਹੋ ਸਕਦੀ ਹੈ ਇਹ ਕੋਈ ਵੀ। ਠੀਕ ਹੈ, ਮੋਸਟਲੀ ਜਿਹੜੇ ਆਪਣੇ ਥਰਮਲ ਪਾਵਰ ਪਲਾਂਟ ਹੁੰਦੇ ਨੇ ਇਹਨਾਂ ਦੇ ਵਿੱਚ ਜਿਹੜੀ ਟਰਬਾਈਨ ਹੁੰਦੀ ਦੀ ਸਪੀਡ 3000 RPM ਤੱਕ ਹੁੰਦੀ ਹੈ। ਜਿਹੜੇ ਦੂਸਰੇ ਹੁੰਦੇ ਆ ਉਹਦੇ ਵਿੱਚ 600 RPM ਹੁੰਦੀ ਹੈ ਹਾਈਡਰੋ ਪਾਵਰ ਪਲਾਂਟ। ਸੋ ਇਹਦੇ ਵਿੱਚ ਰਿਐਕਸ਼ਨ ਜਾਂ ਇੰਪਲਸ ਯੂਜ਼ ਕਰ ਸਕਦੇ ਹਾਂ ਆਪਾਂ। ਪੈਲਟਨ ਨਹੀਂ ਯੂਜ਼ ਕਰਦੇ ਸਟੀਮ ਦੇ ਵਿੱਚ, ਇਹ ਚੀਜ਼ ਹਮੇਸ਼ਾ ਤੁਸੀਂ ਯਾਦ ਰੱਖਣੀ ਹੈ। ਇਹਦੇ ਵਿੱਚ ਆਪਾਂ ਪੈਲਟਨ ਵੀਲ ਨਹੀਂ ਯੂਜ਼ ਕਰਦੇ। ਰਿਐਕਸ਼ਨ ਜਾਂ ਫ੍ਰੈਂਸਿਸ ਟਰਬਾਈਨ ਆਪਾਂ ਯੂਜ਼ ਕਰ ਸਕਦੇ ਹਾਂ ਇਹਦੇ ਵਿੱਚ ਆਪਾਂ ਸਟੀਮ ਟਰਬਾਈਨ। ਅਲਟਰਨੇਟਰ ਹੁੰਦਾ ਆ, ਠੀਕ ਆ, ਡਿਪੈਂਡ ਕਰਦਾ ਕਿੰਨਾ ਲੋਡ ਆ ਉਸ ਕਪੈਸਿਟੀ ਦਾ ਅਲਟਰਨੇਟਰ ਹੋਊਗਾ ਜਿਹਨੇ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਨੀ। ਮੇਨ ਕੰਮ ਅਲਟਰਨੇਟਰ ਦਾ ਹੁੰਦਾ, ਉਹਨੂੰ ਰੋਟੇਟ ਕੌਣ ਕਰਾਉਂਦਾ, ਪ੍ਰਾਈਮ ਮੂਵਰ ਜਾਂ ਟਰਬਾਈਨ। ਉਸ ਤੋਂ ਬਾਅਦ ਕੰਡੈਂਸਰ ਹੁੰਦਾ, ਜਿਹੜੀ ਮੇਰੀ ਸਟੀਮ ਬਣੀ ਆ ਟਰਬਾਈਨ ਤੋਂ ਬਾਅਦ, ਟਰਬਾਈਨ ਤੋਂ ਜਿਹੜੀ ਸਟੀਮ ਆਈ ਆ, ਦੇਖੋ ਡਾਇਗਰਾਮ ਤੁਹਾਨੂੰ ਦਿਖਾਉਣਾ ਮੈਂ।
ਜਿਹੜੀ ਆ ਦੇਖੋ ਟਰਬਾਈਨ ਤੋਂ ਬਾਅਦ ਜਿਹੜੀ ਸਟੀਮ ਆਈ ਆ, ਇਹ ਸਟੀਮ ਨੂੰ ਠੰਡਾ ਕਰਨ ਵਾਸਤੇ ਆਪਾਂ ਕੰਡੈਂਸਰ ਨੂੰ ਯੂਜ਼ ਕਰਦੇ ਹਾਂ। ਠੰਡਾ ਕਰਕੇ ਕੀ ਉਹਨੂੰ ਪਾਣੀ 'ਚ ਦੁਬਾਰਾ ਕਨਵਰਟ ਕਰਦੇ ਨੇ, ਉਹੀ ਪਾਣੀ ਆਪਾਂ ਦੁਬਾਰਾ ਹੀਟ ਐਕਸਚੇਂਜਰ ਦੇ ਵਿੱਚ ਯੂਜ਼ ਕਰ ਲੈਂਦੇ ਹਾਂ। ਸੋ ਕੰਡੈਂਸਰ ਹੋਇਆ, ਕੰਡੈਂਸਰ ਦਾ ਕੂਲਿੰਗ ਟਾਵਰ ਦਾ ਵੀ ਤੁਹਾਨੂੰ ਵਰਕਿੰਗ ਦੱਸੀ ਹੈ। ਜਿਹੜੇ ਕੰਡੈਂਸਰ ਦੇ ਵਿੱਚ ਪਾਣੀ ਗਰਮ ਹੋਇਆ ਉਹਨੂੰ ਠੰਡਾ ਕਰਨ ਦਾ ਕੰਮ ਕੌਣ ਕਰਦਾ? ਕੂਲਿੰਗ ਟਾਵਰ ਨੂੰ ਕੰਮ ਕਰਦਾ। ਕੂਲਿੰਗ ਟਾਵਰ ਦੇ ਵਿੱਚ ਡ੍ਰਿਫਟ ਇਲੀਮੀਨੇਟਰ ਹੁੰਦੇ, ਹੀਟ ਐਕਸਚੇਂਜਰ ਹੁੰਦੇ, ਜਿਹੜੀਆਂ ਡ੍ਰੌਪਲੇਟਸ ਹੁੰਦੀਆਂ ਉਹ ਹੀਟ ਐਕਸਚੇਂਜਰ ਦੇ ਉੱਪਰ ਪੈਂਦੀਆਂ। ਹੀਟ ਐਕਸਚੇਂਜਰ ਜਿਹੜਾ ਹੁੰਦਾ ਆ ਉਹ ਕੀ ਕਰਦਾ ਆ? ਡ੍ਰੌਪਲੇਟਸ ਨੂੰ ਠੰਡਾ ਕਰਦਾ। ਕਿੱਦਾਂ ਠੰਡਾ ਕਰਦਾ? ਹੀਟ ਐਕਸਚੇਂਜਰ ਦੇ ਉੱਪਰ ਮੇਰੀਆਂ ਡ੍ਰੌਪਲੇਟਸ ਆ ਕੇ ਰੁਕ ਗਈਆਂ। ਥੱਲਿਓਂ ਕੀ ਆ? ਥੱਲਿਓਂ ਦੇਖੋ ਤੁਸੀਂ ਕਦੀ ਵੀ ਜਿਹੜੀ ਹੁੰਦੀ ਨਾ ਉਹ ਜਾਲੀ ਬਣੀ ਹੁੰਦੀ ਇੱਕ ਤਰ੍ਹਾਂ ਦੀ। ਡਾਇਗਰਾਮ ਤੁਹਾਨੂੰ ਮੈਂ ਦੁਬਾਰਾ ਦਿਖਾ ਰਿਹਾ ਇਹਦਾ। ਜਿਹੜਾ ਆਹ ਵਾਲਾ ਹੀਟ ਐਕਸਚੇਂਜਰ ਹੈ ਨਾ, ਇਹਦੇ ਥੱਲੇੜੇ ਪਾਸੇ ਕੀ ਹੁੰਦਾ? ਓਪਨ ਹੁੰਦਾ। ਦੇਖੋ ਜਿਹੜਾ ਡਾਰਕ ਗ੍ਰੇ ਹੈ ਨਾ, ਇਹ ਓਪਨ ਆ। ਸੋ ਇਹ ਓਪਨ ਜਿਹੜਾ ਹਿੱਸਾ ਹੁੰਦਾ, ਇੱਥੋਂ ਕੀ ਹੁੰਦਾ? ਹੀਟ ਆਉਂਦੀ ਆ, ਹੀਟ ਥੱਲਿਓਂ ਆ ਕੇ ਹੀਟ ਐਕਸਚੇਂਜਰ ਦੇ ਉੱਪਰ ਪੈਂਦੀ ਆ, ਜਿਹੜਾ ਉਹਦਾ ਹੀਟ ਐਕਸਚੇਂਜਰ ਆ ਕੂਲਿੰਗ ਟਾਵਰ ਦਾ। ਸੋ ਉਹਨੇ ਕੀ ਕਰਨਾ? ਥੱਲਿਓਂ ਹਵਾ ਪਈ ਤਾਂ ਡ੍ਰੌਪਲੇਟਸ ਜਿਹੜੀਆਂ ਹੋਣੀਆਂ ਨਾ ਉਹ ਠੰਡੀਆਂ ਹੋ ਜਾਣੀਆਂ। ਸੋ ਉਹ ਠੰਡੀਆਂ ਹੋ ਗਈਆਂ। ਜਿੱਦਾਂ ਹੁਣ ਮੰਨ ਲਓ ਤੁਸੀਂ ਆਪਣੇ ਘਰੇ ਪਾਣੀ ਗਰਮ ਕਰਦੇ ਆ, ਜੇ ਤੁਸੀਂ ਕਿਤੇ ਵੱਡੇ ਭਾਂਡੇ ਦੇ ਵਿੱਚ ਜਾਂ ਵੱਡੇ ਬਰਤਨ ਦੇ ਵਿੱਚ ਪਾਣੀ ਰੱਖਿਆ ਤਾਂ ਉਹ ਇੰਨੀ ਜਲਦੀ ਜਿਹੜਾ ਠੰਡਾ ਨਹੀਂ ਹੁੰਦਾ। ਫਿਰ ਆਪਾਂ ਕੀ ਕਰਦੇ ਉਹਨੂੰ ਫੈਂਟਦੇ ਹਾਂ, ਛੋਟੇ ਗਲਾਸ ਦੇ ਵਿੱਚ ਪਾਉਂਦੇ ਜਾਂ ਹਿਲਾਉਂਦੇ ਹਾਂ, ਤਾਂ ਉਹ ਇੱਕ ਤਰ੍ਹਾਂ ਆਪਾਂ ਹੀਟ ਨੂੰ ਐਕਸਚੇਂਜ ਕਰ ਰਹੇ ਹਾਂ, ਠੀਕ ਹੈ। ਸੋ ਕੀ ਹੁੰਦਾ? ਪਾਣੀ ਜਿਹੜਾ ਠੰਡਾ ਹੋ ਜਾਂਦਾ ਹੈ ਆਪਣੇ ਕੋਲ, ਅਤੇ ਆਪਾਂ ਉਹਨੂੰ ਦੁਬਾਰਾ ਕੰਡੈਂਸਰ ਦੇ ਵਿੱਚ ਭੇਜ ਦਿੰਦੇ ਹਾਂ ਠੰਡਾ ਕਰਕੇ। ਅਤੇ ਉਹ ਹੀਟ ਐਕਸਚੇਂਜਰ ਦੇ ਉੱਪਰ ਡ੍ਰਿਫਟ ਇਲੀਮੀਨੇਟਰ ਲੱਗਾ ਹੁੰਦਾ। ਹੁਣ ਜਿਹੜੀ ਉਹ ਹੀਟ ਐਕਸਚੇਂਜਰ ਦੇ ਉੱਪਰ ਜਿਹੜੀਆਂ ਡ੍ਰੌਪਲੇਟਸ ਆਈਆਂ ਆ, ਉਹਦੇ ਵਿੱਚ ਵੀ ਥੋੜ੍ਹੀ ਬਹੁਤ ਹੀਟ ਹੁੰਦੀ ਹੈ, ਜਿਹੜੀ ਉੱਪਰ ਜਿਹੜੀ ਆ ਚੱਲ ਜਾਂਦੀ ਆ, ਏਅਰ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੀ ਹੈ। ਸੋ ਡ੍ਰਿਫਟ ਇਲੀਮੀਨੇਟਰ ਕੀ ਕਰਦਾ? ਜਿਹੜੀ ਉਹ ਸਟੀਮ ਦੇ ਵਿੱਚ ਥੋੜ੍ਹੀਆਂ ਬਹੁਤੀਆਂ ਵੀ ਵੱਡੀਆਂ ਡ੍ਰੌਪਲੇਟਸ ਹੈਗੀਆਂ, ਡ੍ਰਿਫਟ ਇਲੀਮੀਨੇਟਰ ਉਹਨਾਂ ਨੂੰ ਵੀ ਰੋਕ ਲੈਂਦਾ, ਠੀਕ ਆ। ਡ੍ਰਿਫਟ ਇਲੀਮੀਨੇਟਰ ਨੇ ਉਹਨਾਂ ਨੂੰ ਰੋਕ ਲਿਆ, ਠੀਕ ਆ। ਉਹਦੀਆਂ ਵੀ ਡ੍ਰੌਪਲੇਟਸ ਕਨਵਰਟ ਕਰਕੇ ਥੱਲੇ ਭੇਜਤੀਆਂ। ਅਤੇ ਡ੍ਰਿਫਟ ਇਲੀਮੀਨੇਟਰ ਦੇ ਵਿੱਚੋਂ ਜਿਹੜੀਆਂ ਬਹੁਤ ਜ਼ਿਆਦਾ ਸਮੋਲ ਵੇਪਰਸ ਆ, ਜਿਹੜੀਆਂ ਪਾਣੀ ਦੇ ਵਿੱਚ ਨਹੀਂ ਕਨਵਰਟ ਹੋ ਸਕਦੀਆਂ, ਉਹ ਕੀ ਆ ਅੱਗੇ ਮੇਰੀਆਂ ਏਅਰ ਦੇ ਵਿੱਚ ਚਲੀਆਂ ਜਾਂਦੀਆਂ। ਸੋ ਇਹ ਕੰਮ ਹੁੰਦਾ ਕੂਲਿੰਗ ਟਾਵਰ ਦਾ। ਇਹਨੂੰ ਜੇ ਤੁਸੀਂ ਦੁਬਾਰਾ ਡਿਟੇਲ ਦੇ ਵਿੱਚ ਪੜ੍ਹਨਾ ਤਾਂ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਥਰਮਲ ਪਾਵਰ ਪਲਾਂਟ ਦੇ ਵਿੱਚ ਸਮਝਾਇਆ, ਲਿੰਕ ਤੁਹਾਨੂੰ ਦੇ ਦੂੰਗਾ ਮੈਂ, ਤੁਸੀਂ ਉਹ ਵੀ ਪੜ੍ਹ ਸਕਦੇ ਆ। ਹੁਣ ਮੇਰੇ ਕੋਲ ਆ ਜਾਂਦਾ ਐਡਵਾਂਟੇਜ ਅਤੇ ਡਿਸਐਡਵਾਂਟੇਜ ਕੀ ਹੈ ਮੇਰੇ ਕੋਲ ਨਿਊਕਲੀਅਰ ਪਾਵਰ ਪਲਾਂਟ ਨੂੰ ਯੂਜ਼ ਕਰਦੇ। ਸੋ ਐਡਵਾਂਟੇਜ, ਸਭ ਤੋਂ ਮੇਨ ਐਡਵਾਂਟੇਜ ਤਾਂ ਇਹੀ ਹੈ, ਜਿੱਦਾਂ ਤੁਹਾਨੂੰ ਦੱਸਿਆ ਸੀਗਾ ਕਿ 1 ਕਿਲੋਗ੍ਰਾਮ ਜਿਹੜਾ ਨਿਊਕਲੀਅਰ ਫਿਊਲ ਹੁੰਦਾ ਉਹ 2500 ਟਨ ਕੋਲ ਦੇ ਬਰਾਬਰ ਹੁੰਦਾ। ਸੋ ਆਪਾਂ ਨੂੰ ਜਿਹੜਾ ਆ ਬਹੁਤ ਘੱਟ ਅਮਾਊਂਟ ਦੇ ਵਿੱਚ ਫਿਊਲ ਦੀ ਰਿਕੁਆਇਰਮੈਂਟ ਹੁੰਦੀ ਹੈ ਨਿਊਕਲੀਅਰ ਪਾਵਰ ਪਲਾਂਟ ਦੀ, ਜੇ ਆਪਾਂ ਗੱਲ ਕਰੀਏ। ਅਤੇ ਤੁਹਾਨੂੰ ਪਤਾ ਇਹਦੇ ਵਿੱਚ ਰਿਫਲੈਕਟਰ ਵੀ ਦੇ ਕਰਕੇ ਕੀ ਹੁੰਦਾ ਆ, ਜਿਹੜਾ ਨਿਊਕਲੀਅਰ ਰਿਐਕਟਰ ਹੁੰਦਾ ਪਾਵਰ ਪਲਾਂਟ ਦਾ, ਉਹਦੇ ਵਿੱਚ ਕੀ ਹੁੰਦਾ ਆ, ਰਿਫਲੈਕਟਰ ਲੱਗੇ ਹੁੰਦੇ ਜਿਹੜੇ ਨਿਊਟਰੋਨਸ ਨੂੰ ਵਾਪਸ ਭੇਜ ਦਿੰਦੇ ਆ, ਹਵਾ ਦੇ ਵਿੱਚ ਨਹੀਂ ਜਾਣ ਦਿੰਦੇ, ਬਾਹਰ ਨਹੀਂ ਜਾਣ ਦਿੰਦੇ, ਜਿਹਦੇ ਕਰਕੇ ਕੀ ਹੁੰਦਾ, ਜਿਹੜਾ ਮੇਰਾ ਪ੍ਰੋਸੈਸ ਹੁੰਦਾ ਨਾ, ਫਿਊਲ ਵੀ ਘੱਟ ਲੱਗਦਾ ਅਤੇ ਮੇਰਾ ਸਾਈਜ਼ ਵੀ ਰਿਐਕਟਰ ਦਾ ਘੱਟ ਜਾਂਦਾ। ਸੋ ਇਸੇ ਕਰਕੇ ਜਿਹੜਾ ਰਿਐਕਟਰ ਛੋਟਾ ਹੁੰਦਾ ਆ, ਰਿਐਕਟਰ ਜਿੰਨਾ ਛੋਟਾ ਹੋਊਗਾ ਉਨੀ ਸਪੇਸ ਵੀ ਘੱਟ ਘੇਰੂਗਾ। ਬਟ ਹੁਣ ਜੇ ਮੈਂ ਥਰਮਲ ਪਾਵਰ ਪਲਾਂਟ ਦੀ ਮੰਨ ਲਓ ਗੱਲ ਕਰਦਾ, ਥਰਮਲ ਪਾਵਰ ਪਲਾਂਟ ਦੇ ਵਿੱਚ ਮੇਰੇ ਕੋਲ ਬੋਇਲਰ ਲੱਗਣਾ, ਇਕੋਨੋਮਾਈਜ਼ਰ ਲੱਗਣਾ, ਸੁਪਰ ਹੀਟਰ ਲੱਗਣਾ, ਏਅਰ ਪ੍ਰੀ ਹੀਟਰ ਲੱਗਣਾ, ਠੀਕ ਆ। ਉਹਦੇ ਕਰਕੇ ਕੀ ਹੋਣਾ, ਉਹਦੇ ਵਿੱਚ ਸਪੇਸ ਬਹੁਤ ਜ਼ਿਆਦਾ ਆਪਾਂ ਨੂੰ ਰਿਕੁਆਇਰਡ ਹੁੰਦੀ ਆ। ਇੱਕ ਬੋਇਲ ਕਰਨ ਵਾਸਤੇ ਹੀ ਪਾਣੀ ਨੂੰ ਆਪਾਂ ਨੂੰ ਇੰਨੀਆਂ ਚੀਜ਼ਾਂ ਯੂਜ਼ ਕਰਨੀਆਂ ਪੈਂਦੀਆਂ। ਬਟ ਨਿਊਕਲੀਅਰ ਪਾਵਰ ਪਲਾਂਟ ਦੇ ਵਿੱਚ ਕੀ ਆ, ਆਪਣੇ ਕੋਲ ਸਿੰਪਲ ਇੱਕ ਆਪਣੇ ਕੋਲ ਨਿਊਕਲੀਅਰ ਰਿਐਕਟਰ ਆ, ਜਿਹਦੇ ਵਿੱਚ ਆਪਾਂ ਹੀਟ ਪ੍ਰੋਡਿਊਸ ਕਰਦੇ, ਹੀਟ ਐਕਸਚੇਂਜਰ ਦੇ ਥਰੂ ਉਹਨੂੰ ਸਟੀਮ ਪ੍ਰੋਡਿਊਸ ਕਰ ਦਿੰਦੇ ਹਾਂ। ਸੋ ਇਸ ਕਰਕੇ ਇਹਦੇ ਵਿੱਚ ਜਿਹੜੀ ਸਪੇਸ ਰਿਕੁਆਇਰ ਹੁੰਦੀ ਆ ਬਹੁਤ ਘੱਟ ਹੁੰਦੀ ਹੈ। ਰਨਿੰਗ ਕਾਸਟ ਘੱਟ ਹੁੰਦੀ ਹੈ। ਕਿਉਂ ਘੱਟ ਹੁੰਦੀ ਹੈ? ਕਿਉਂਕਿ ਇਹਦੇ ਵਿੱਚ ਡੀਜ਼ਲ ਜਾਂ ਕੋਲ ਵਾਂਗੂ ਕੰਟੀਨਿਊਸ ਆਪਾਂ ਨੂੰ ਫਿਊਲ ਦੀ ਸਪਲਾਈ ਦੀ ਲੋੜ ਨਹੀਂ ਹੁੰਦੀ। ਇੱਕ ਵਾਰ ਆਪਾਂ ਫਿਊਲ ਨੂੰ ਯੂਜ਼ ਕੀਤਾ, ਉਹੀ ਫਿਊਲ ਜਿਹੜਾ ਹੈ ਉਹਨੂੰ ਆਪਾਂ ਦੁਬਾਰਾ ਵੀ ਯੂਜ਼ ਕਰ ਸਕਦੇ ਹਾਂ। ਜਿੱਦਾਂ ਚਾਰਜ ਇੱਕ ਵਾਰ ਡਿਸਚਾਰਜ ਹੋ ਗਿਆ ਫਿਊਲ ਨੂੰ ਦੁਬਾਰਾ ਚਾਰਜ ਕਰ ਸਕਦੇ। ਕਿੱਦਾਂ ਕਰ ਸਕਦੇ? ਉਹਨੂੰ ਪਾਣੀ ਦੇ ਵਿੱਚ ਰੱਖ ਦਿੰਦੇ, ਤੁਹਾਨੂੰ ਇਮੇਜ ਵੀ ਦਿਖਾਈ ਸੀ, ਦੁਬਾਰਾ ਵੀ ਦਿਖਾ ਦਿੰਦਾ ਇੱਕ ਵਾਰ। ਆਹ ਦੇਖੋ, ਇੱਦਾਂ ਇਹਨੂੰ ਪਾਣੀ ਦੇ ਵਿੱਚ ਆਪਾਂ ਫਿਊਲ ਨੂੰ ਰੱਖ ਦਿੰਦੇ ਹਾਂ ਦੁਬਾਰਾ ਚਾਰਜ ਕਰਨ ਵਾਸਤੇ। ਅਤੇ ਇਹਦੀ ਆਹ ਦੇਖੋ, ਇਹਦੀ ਥੋੜ੍ਹੀ ਜਿਹੀ ਨਾ ਗਲੋ ਵੀ ਹੁੰਦਾ, ਇਹਦਾ ਬਲੂ ਕਲਰ ਦਾ ਗਲੋ ਹੁੰਦਾ, ਇਹਦਾ ਰੇਡੀਓ ਐਕਟਿਵ ਮਟੀਰੀਅਲ ਹੁੰਦਾ, ਇਹ ਬਲੂ ਕਲਰ ਦਾ ਗਲੋ ਕਰਦਾ ਰਹਿੰਦਾ, ਠੀਕ ਆ। ਸੋ ਰਨਿੰਗ ਕਾਸਟ ਘੱਟ ਹੋਊਗੀ। ਕਿਉਂ ਘੱਟ ਹੋਊਗੀ? ਕਿਉਂਕਿ ਫਿਊਲ ਜਿਹੜਾ ਉਹਨੂੰ ਆਪਾਂ ਰੀਯੂਜ਼ ਕਰ ਸਕਦੇ ਹਾਂ, ਉਹਨੂੰ ਆਪਾਂ ਦੁਬਾਰਾ ਯੂਜ਼ ਕਰ ਸਕਦੇ ਹਾਂ। ਬਾਕੀ ਟਰਾਂਸਮਿਸ਼ਨ ਦੀ ਕਾਸਟ ਜਿਹੜੀ ਹੁੰਦੀ ਆ ਉਹ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਨਹੀਂ ਹੁੰਦੀ, ਅਤੇ ਹੀਟ ਜਿਹੜੀ ਆ ਬਹੁਤ ਜ਼ਿਆਦਾ ਪ੍ਰੋਡਿਊਸ ਕਰ ਸਕਦੇ ਆ। ਉਹ ਤਾਂ ਓਬਵੀਅਸ ਗੱਲ ਹੈ, ਇਹਦੇ ਵਿੱਚ ਤੁਹਾਨੂੰ ਜੇ ਓਬਵੀਅਸ ਗੱਲ ਹੈ, ਜੇ 1 ਕਿਲੋਗ੍ਰਾਮ 2500 ਟਨ ਦੇ ਬਰਾਬਰ ਹੁੰਦਾ ਤਾਂ 1 ਕਿਲੋ ਫਿਊਲ ਤੋਂ ਹੀ ਆਪਾਂ ਬਹੁਤ ਜ਼ਿਆਦਾ ਜਿਹੜੀ ਆ ਹੀਟ ਪ੍ਰੋਡਿਊਸ ਕਰ ਸਕਦੇ ਹਾਂ। ਡਿਸਐਡਵਾਂਟੇਜ, ਜਿਹੜੇ ਸਭ ਤੋਂ ਮੇਨ ਡਿਸਐਡਵਾਂਟੇਜ, ਰੇਡੀਓ ਐਕਟੀਵਿਟੀ ਦਾ ਖਤਰਾ ਹੁੰਦਾ ਹੀ ਹੁੰਦਾ ਇਹਦੇ ਵਿੱਚ। ਤੁਹਾਨੂੰ ਦੱਸਿਆ ਵੀ ਸੀ ਸਟਾਰਟਿੰਗ ਦੇ ਵਿੱਚ ਐਗਜ਼ਾਮਪਲ ਇੱਕ ਚਰਨੋਬਲ ਅਤੇ ਰਸ਼ੀਆ ਦਾ ਚਰਨੋਬਲ, ਅਤੇ ਜਿਹੜਾ ਆਪਣਾ ਫੁਕੂਸ਼ੀਮਾ ਸੀਗਾ ਆਪਣਾ ਜਾਪਾਨ ਦਾ, ਉੱਥੇ ਜਿਹੜੇ ਹਾਦਸੇ ਹੋਏ ਸੀਗੇ ਅਤੇ ਉਹਨੂੰ ਕੰਟਰੋਲ ਕਰਨ ਵਾਸਤੇ ਕਾਫੀ ਟਾਈਮ ਲੱਗ ਗਿਆ ਸੀ, ਕਾਫੀ ਸਮਾਂ ਲੱਗ ਗਿਆ ਸੀ। ਉਹ ਜਿਹੜੇ ਡਿਜ਼ਾਸਟਰ ਹੋਏ ਸੀ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ, ਕਿਉਂਕਿ ਰੇਡੀਓ ਐਕਟੀਵਿਟੀ ਦਾ ਬਹੁਤ ਖਤਰਾ ਹੁੰਦਾ ਹੈ, ਹਵਾ ਦੇ ਵਿੱਚ ਮਿਲ ਜਾਂਦੀ ਹੈ ਅਤੇ ਕਾਫੀ 100 ਕਿਲੋਮੀਟਰ ਦੂਰ ਤੱਕ ਵੀ ਜਿਹੜੀ ਹੈ ਰੇਡੀਏਸ਼ਨ ਇਹ ਅਸਰ ਕਰਦੀ ਹੈ। ਬਹੁਤ 100 ਕਿਲੋਮੀਟਰ ਤੱਕ ਵੀ ਜਿਹੜੀ ਹੈ ਇਹ ਰੇਡੀਏਸ਼ਨ ਅਸਰ ਕਰਦੀ ਹੈ। ਇਸ ਕਰਕੇ ਇਹ ਖਤਰਾ ਹੁੰਦਾ, ਇਹਨੂੰ ਜਿਹੜਾ ਆ ਕਦੀ ਵੀ ਸਿਟੀਜ਼ ਦੇ ਨੇੜੇ ਤੇੜੇ ਨਹੀਂ ਲਾਉਂਦੇ ਇਸੇ ਕਰਕੇ। ਬਾਕੀ ਇਹਦੀ ਇਨੀਸ਼ੀਅਲ ਕਾਸਟ ਬਹੁਤ ਜ਼ਿਆਦਾ ਹੁੰਦੀ। ਕਿਉਂ ਜ਼ਿਆਦਾ ਹੁੰਦੀ? ਕਿਉਂਕਿ ਆਪਾਂ ਨੂੰ ਰਿਐਕਟਰ, ਹੀਟ ਐਕਸਚੇਂਜਰ ਵਗੈਰਾ ਲਾਉਣੇ ਪੈਂਦੇ ਆ, ਅਤੇ ਮੇਨਲੀ ਜਿਹੜੀ ਇਹਦੀ ਸਿਵਲ ਕੰਸਟਰਕਸ਼ਨ ਦਾ ਕੰਮ ਹੁੰਦਾ, ਜਿਹੜੀ ਬਾਇਓਲੋਜੀਕਲ ਸ਼ੀਲਡ ਵੀ ਬਣਾਉਣੀ, ਉਹ 'ਤੇ ਵੀ ਖਰਚਾ ਬਹੁਤ ਜ਼ਿਆਦਾ ਆ ਜਾਂਦਾ। ਮੇਨਟੇਨੈਂਸ ਕਾਸਟ ਜ਼ਿਆਦਾ ਆ, ਬਿਕੋਜ਼ ਓਬਵੀਅਸ ਜੀ ਗੱਲ ਹੈ, ਰੇਡੀਓ ਐਕਟੀਵਿਟੀ ਆ, ਠੀਕ ਆ। ਰੇਡੀਓ ਐਕਟੀਵਿਟੀ ਜਿਹੜੀ ਹੁੰਦੀ ਉਹਨੂੰ ਕੰਟਰੋਲ ਕਰਨਾ ਹੁੰਦਾ ਆਪਾਂ, ਤਾਂ ਉਹ ਕੋਈ ਸੌਖੀ ਚੀਜ਼ ਨਹੀਂ ਹੁੰਦੀ। ਵੈਸੇ ਵੀ ਜਿੰਨਾ ਵੀ ਇਹਦਾ ਨਿਊਕਲੀਅਰ ਰਿਐਕਟਰ ਦੇ ਅੰਦਰ ਦਾ ਕੰਮ ਹੁੰਦਾ ਨਾ, ਉਹ ਸਾਰਾ ਰੋਬੋਟਿਕਸ ਦੇ ਨਾਲ ਹੁੰਦਾ। ਸੋ ਰੋਬੋਟਿਕਸ ਤੁਹਾਨੂੰ ਪਤਾ ਮਸ਼ੀਨੀ ਪਾਰਟ ਆ, ਮਸ਼ੀਨੀ ਪਾਰਟ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਜਿਹੜੀ ਆਈ ਜਾਂਦੀ ਹੈ, ਮਕੈਨੀਕਲ ਪਾਰਟ ਦੇ ਵਿੱਚ ਉਹਨੂੰ ਮੇਨਟੇਨੈਂਸ ਦੀ ਲੋੜ ਪੈਂਦੀ ਹੀ ਪੈਂਦੀ ਆ। ਅਤੇ ਜਿਹੜਾ ਸਟਾਫ ਵੀ ਆਪਾਂ ਨੂੰ ਚਾਹੀਦਾ ਉਹ ਵੀ ਸਕਿਲਡ ਸਟਾਫ ਚਾਹੀਦਾ, ਇਸ ਕਰਕੇ ਮੇਨਟੇਨੈਂਸ ਕਾਸਟ ਵੱਧ ਹੁੰਦੀ ਹੈ। ਸੋ ਨੈਕਸਟ ਪਾਰਟ ਉਹਦੇ ਰਿਗਾਰਡਿੰਗ ਆਉਂਦਾ ਮੇਨਟੇਨੈਂਸ ਕਾਸਟ ਦੇ ਵੀ, ਹਾਈਲੀ ਕੁਆਲੀਫਾਈਡ ਇੰਜੀਨੀਅਰ ਰਿਕੁਆਇਰਡ। ਸੋ ਕੁਆਲੀਫਾਈਡ ਇੰਜੀਨੀਅਰ ਚਾਹੀਦੇ। ਜਿਹੜਾ ਚਰਨੋਬਲ ਦਾ ਜਿਹੜਾ ਡਿਜ਼ਾਸਟਰ ਹੋਇਆ ਸੀਗਾ, ਬੜਾ ਖਤਰਨਾਕ ਡਿਜ਼ਾਸਟਰ ਸੀ, ਤੁਸੀਂ ਦੇਖ ਵੀ ਸਕਦੇ ਹੋ ਉਹਦੀਆਂ ਵੀਡੀਓਜ਼ ਯੂਟਿਊਬ 'ਤੇ ਦੇਖਣੀਆਂ ਚਾਹੋ ਤਾਂ। ਸੋ ਉਹਦਾ ਜਿਹੜਾ ਹਾਦਸੇ ਦਾ ਮੇਨ ਰੀਜ਼ਨ ਸੀਗਾ ਉਹ ਇਹੀ ਸੀਗਾ ਕਿ ਜਿਹੜਾ ਇੰਜੀਨੀਅਰ ਸੀਗਾ ਉਹਨੂੰ ਚੰਗੀ ਤਰ੍ਹਾਂ ਨੌਲੇਜ ਨਹੀਂ ਸੀਗੀ ਵੀ ਜਿਹੜਾ ਕੰਟਰੋਲ ਰੋਡਸ ਆ ਉਹਨੂੰ ਕਦੋਂ ਇਨਸਰਟ ਕਰਨਾ, ਕਦੋਂ ਬਾਹਰ ਕੱਢਣਾ ਆ। ਸੋ
ਉਹ ਜਿਹੜਾ ਆ ਉਹ ਇੰਜੀਨੀਅਰ ਦੇ ਕਰਕੇ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਹਾਦਸਾ ਜਿਹੜਾ ਖਤਰਨਾਕ ਹੋਇਆ ਸੀ, ਕਿਉਂਕਿ ਹਾਈਲੀ ਕੁਆਲੀਫਾਈਡ ਇੰਜੀਨੀਅਰ ਚਾਹੀਦਾ ਜਿਹਨੂੰ ਪੂਰੀ ਨੌਲੇਜ ਹੋਵੇ ਵੀ ਕੰਟਰੋਲ ਰੋਡਸ ਨੂੰ ਕਿੱਦਾਂ ਕੰਟਰੋਲ ਕਰਨਾ, ਜੇ ਮੰਨ ਲਓ ਕੋਈ ਪ੍ਰੋਬਲਮ ਆ ਰਹੀ ਆ ਤਾਂ ਬੈਕਅਪ ਨੂੰ ਕਿੱਦਾਂ ਮੈਂ ਚਲਾਉਣਾ ਹੈ ਆਪਣਾ, ਕਿੰਨੇ ਸਟੀਮ ਦੇ ਪ੍ਰੈਸ਼ਰ ਨੂੰ ਬਣਾਏ ਰੱਖਣਾ, ਉਹਦੇ ਵਿੱਚ ਫਿਊਲ ਨੂੰ ਕਿੱਦਾਂ ਯੂਜ਼ ਕਰਨਾ, ਮੈਂ ਉਹ ਸਾਰੀਆਂ ਚੀਜ਼ਾਂ ਇੰਜੀਨੀਅਰ ਨੂੰ ਪਤਾ ਹੋਣੀਆਂ ਚਾਹੀਦੀਆਂ। ਬਾਕੀ ਹਾਂ ਉਸ ਤੋਂ ਬਾਅਦ ਇੱਕ ਹੋਰ ਪ੍ਰੋਬਲਮ ਆ ਜਾਂਦੀ ਹੈ ਵੀ ਜਿਹੜਾ ਡਿਸਪੋਜ਼ਲ ਹੁੰਦਾ ਬਾਇਓ ਪ੍ਰੋਡਕਟ ਦਾ ਫਿਜ਼ਨ ਤੋਂ ਬਾਅਦ ਉਹਨੂੰ ਕਿੱਦਾਂ ਆਪਾਂ ਡਿਸਪੋਜ਼ ਕਰਨਾ, ਠੀਕ ਆ। ਜਿਹੜਾ ਡਿਸਪੋਜ਼ਲ ਆਪਣੇ ਕੋਲ ਆ ਜਾਂਦਾ, ਜਿਹੜਾ ਮਟੀਰੀਅਲ ਆਪਣੇ ਕੋਲ ਆ ਜਾਂਦਾ ਬਾਅਦ ਵਿੱਚ, ਕਿਉਂਕਿ ਆਪਾਂ ਬਾਰ-ਬਾਰ ਤਾਂ ਚਲੋ ਯੂਜ਼ ਕਰਦੇ, ਮਲਟੀਪਲ ਟਾਈਮ ਆਪਾਂ ਇੱਕ ਫਿਊਲ ਨੂੰ ਯੂਜ਼ ਕਰ ਸਕਦੇ ਹਾਂ, ਬਟ ਮੰਨ ਲਓ ਆਪਾਂ 10 ਵਾਰ ਜਾਂ 20 ਵਾਰ ਯੂਜ਼ ਕਰ ਸਕਦੇ, ਉਸ ਤੋਂ ਬਾਅਦ ਜਿਹੜਾ ਹੁੰਦਾ ਫਿਊਲ ਨੂੰ ਆਪਾਂ ਦੁਬਾਰਾ ਨਹੀਂ ਯੂਜ਼ ਕਰ ਸਕਦੇ। ਸੋ ਉਹ ਜਿਹੜਾ ਫਿਊਲ ਬਚ ਜਾਂਦਾ ਉਹਦੇ ਵਿੱਚ ਰੇਡੀਓ ਐਕਟੀਵਿਟੀ ਤਾਂ ਹੁੰਦੀ ਹੀ ਹੁੰਦੀ ਆ। ਤੁਸੀਂ ਚਰਨੋਬਲ ਦੀਆਂ ਅੱਜ ਵੀ ਜੇ ਤੁਸੀਂ ਉੱਥੇ ਜਾ ਕੇ ਕੋਈ ਦੇਖਦੇ ਆ, ਉੱਥੇ ਰੇਡੀਓ ਐਕਟੀਵਿਟੀ ਨੂੰ ਚੈੱਕ ਕਰਦੇ ਆ, ਤਾਂ ਉੱਥੇ ਰੇਡੀਏਸ਼ਨ ਹੁੰਦੀ ਹੀ ਹੁੰਦੀ ਆ। ਉਹ ਕਿਉਂ ਹੁੰਦੀ ਆ? ਕਿਉਂਕਿ ਇਹਦੀ ਜਿਹੜੀ ਰੇਡੀਏਸ਼ਨ ਹੁੰਦੀ ਆ ਇੰਨੀ ਜਲਦੀ ਖਤਮ ਨਹੀਂ ਹੁੰਦੀ। ਰੇਡੀਏਸ਼ਨ ਜਿਹੜੀ ਹੁੰਦੀ ਆ ਇੰਨੀ ਜਲਦੀ ਖਤਮ ਨਹੀਂ ਹੁੰਦੀ, ਇਹ ਪੋਸੀਬਲ ਨਹੀਂ ਹੁੰਦਾ ਇਹਨੂੰ ਇੰਨੀ ਜਲਦੀ ਖਤਮ ਕਰਨਾ। ਇਸ ਕਰਕੇ ਜਿਹੜਾ ਮੇਰੇ ਕੋਲ ਫਿਊਲ ਜਿਹੜਾ ਆ ਡਿਸਚਾਰਜ ਹੋ ਜਾਂਦਾ ਪੂਰੀ ਤਰ੍ਹਾਂ, ਜਿਹਨੂੰ ਆਪਾਂ ਦੁਬਾਰਾ ਨਹੀਂ ਯੂਜ਼ ਕਰ ਸਕਦੇ, ਉਹਨੂੰ ਕਿੱਦਾਂ ਡਿਸਪੋਜ਼ ਕਰਨਾ ਉਹ ਬਹੁਤ ਵੱਡੀ ਪ੍ਰੋਬਲਮ ਹੁੰਦੀ ਆ। ਵੈਸੇ ਤਾਂ ਨਿਊਕਲੀਅਰ ਪਾਵਰ ਪਲਾਂਟ ਦੇ ਵਿੱਚ ਹੀ ਉਹ ਕੀ ਕਰਦੇ ਆ, ਇੱਕ ਅਲੱਗ ਤੋਂ ਜਗ੍ਹਾ ਬਣਾ ਦਿੰਦੇ ਆ ਜਿੱਥੇ ਇਹਨੂੰ ਡਿਸਪੋਜ਼ ਕਰਦੇ ਦਿੰਦੇ ਸਾਰੇ ਮਟੀਰੀਅਲ ਨੂੰ, ਬਟ ਕਿੰਨਾ ਕੁ ਡਿਸਪੋਜ਼ ਕਰ ਸਕਦੇ ਆ ਉੱਥੇ ਮੇਨ ਪ੍ਰੋਬਲਮ ਵਾਲੀ ਗੱਲ ਜਿਹੜੀ ਹੈ ਇਹ ਵੀ ਹੁੰਦੀ ਹੈ। ਬਾਕੀ ਇਹਨੂੰ ਇੰਸਟਾਲ ਕਰਨ ਵਾਸਤੇ ਵੀ ਜ਼ਿਆਦਾ ਟਾਈਮ ਚਾਹੀਦਾ, ਬਿਕੋਜ਼ ਇਹਦੇ ਵਿੱਚ ਰੇਡੀਓ ਐਕਟੀਵਿਟੀ ਦਾ ਖਤਰਾ ਹੁੰਦਾ। ਉਹ ਸਾਰੀਆਂ ਚੀਜ਼ਾਂ ਧਿਆਨ ਵਿੱਚ ਰੱਖਦੇ ਹੋਏ ਹੀ ਇਹਨੂੰ ਇੰਸਟਾਲ ਕਰਨਾ ਹੁੰਦਾ। ਸੋ ਜਿਹੜਾ ਇਹਨੂੰ ਇੰਸਟਾਲ ਕਰਨਾ ਵਾਸਤੇ ਟਾਈਮ ਬਹੁਤ ਜ਼ਿਆਦਾ ਚਾਹੀਦਾ, ਕਿਉਂਕਿ ਬਹੁਤ ਬਰੀਕੀ ਦਾ ਕੰਮ ਹੁੰਦਾ ਇਹਨੂੰ ਇੰਸਟਾਲ ਕਰਨਾ। ਇਹਦੇ ਵਿੱਚ ਰੋਬੋਟਿਕਸ ਦਾ ਵੀ ਇਹਦੇ ਵਿੱਚ ਬਹੁਤ ਕੰਮ ਹੁੰਦਾ, ਕਿਉਂਕਿ ਜਿਹੜਾ ਨਿਊਕਲੀਅਰ ਰਿਐਕਟਰ ਦੇ ਅੰਦਰ ਕੰਮ ਹੋਣਾ ਹੈ ਨਾ, ਯਾਨੀ ਕਿ ਉਹ ਫਿਊਲ ਨੂੰ ਜਿਹੜਾ ਆਪਾਂ ਇਨਸਰਟ, ਹੁਣ ਮੰਨ ਲਓ ਫਿਊਲ ਜਿਹੜਾ ਡਿਸਚਾਰਜ ਹੋ ਗਿਆ ਪੂਰੀ ਤਰ੍ਹਾਂ, ਓਬਵੀਅਸ ਜੀ ਗੱਲ ਆ, ਉਹਨੂੰ ਆਪਾਂ ਜਿਹੜਾ ਆ ਉਹਨੂੰ ਕੱਢ ਕੇ ਉਹਦੀ ਜਗ੍ਹਾ 'ਤੇ ਨਵਾਂ ਜਿਹੜਾ ਆ ਫਿਊਲ ਦੀ ਅਸੈਂਬਲੀ ਪਾਵਾਂਗੇ। ਸੋ ਜਿਹੜੀ ਫਿਊਲ ਅਸੈਂਬਲੀ ਨੂੰ ਕੱਢਣਾ ਆ, ਫਿਊਲ ਅਸੈਂਬਲੀ ਨੂੰ ਦੁਬਾਰਾ ਪਾਉਣਾ ਹਿਊਮਨ ਬੀਇੰਗ ਤਾਂ ਕਰੂਗਾ ਨਹੀਂ ਬਿਕੋਜ਼ ਆਫ ਰੇਡੀਏਸ਼ਨ। ਸੋ ਉੱਥੇ ਕੀ ਹੈ, ਰੋਬੋਟਿਕਸ ਜਿਹੜੇ ਹੁੰਦੇ ਨਾ, ਰੋਬੋਟਿਕਸ ਯੂਜ਼ ਕਰਦੇ ਆ। ਰੋਬੋਟਸ ਜਿਹੜੇ ਆ ਉਹ ਕੀ ਕਰਦੇ ਆ, ਫਿਊਲ ਨੂੰ ਕੱਢਦੇ ਆ ਅਤੇ ਜਿਹੜਾ ਦੂਸਰੇ ਸਾਈਡ ਤੋਂ ਫਿਊਲ ਸਟੋਰੇਜ ਦੇ ਵਿੱਚੋਂ ਫਿਊਲ ਨੂੰ ਜਿਹੜਾ ਲਿਆ ਕੇ ਫਿਊਲ ਅਸੈਂਬਲੀ ਨੂੰ ਦੁਬਾਰਾ ਇੰਸਰਟ ਕਰਦੇ ਆ ਉਹਦੇ ਵਿੱਚ। ਸੋ ਉਸੇ ਉਹ ਰੋਬੋਟਿਕਸ ਵਗੈਰਾ ਉਸੇ ਯੂਜ਼ ਕਰਦੇ ਆ, ਉਹਦੇ ਕਰਕੇ ਜਿਹੜਾ ਇੰਸਟਾਲੇਸ਼ਨ ਨੂੰ ਟਾਈਮ ਜਿਹੜਾ ਹੁੰਦਾ ਬਹੁਤ ਜ਼ਿਆਦਾ ਲੱਗ ਜਾਂਦਾ ਇਹਦੇ ਵਿੱਚ। ਉਸ ਤੋਂ ਬਾਅਦ ਸਿਲੈਕਸ਼ਨ ਕਿੱਦਾਂ ਕਰਦੇ ਆ ਸਾਈਟ ਦੀ? ਸਭ ਤੋਂ ਪਹਿਲਾ ਪੁਆਇੰਟ, ਸਭ ਤੋਂ ਮੇਨ ਪੁਆਇੰਟ, ਪਾਪੂਲੇਟਡ ਏਰੀਆ ਤੋਂ ਜਿਹੜਾ ਇਹ ਦੂਰ ਹੋਣਾ ਚਾਹੀਦਾ, ਕਿਉਂਕਿ ਕਿਸੇ ਵੀ ਵੇਲੇ ਕੋਈ ਵੀ ਹਾਦਸਾ ਹੋ ਸਕਦਾ ਹੈ ਅਤੇ ਰੇਡੀਏਸ਼ਨ ਜਿਹੜੀ ਹੁੰਦੀ ਹਵਾ 'ਚ ਘੁਲ ਜਾਂਦੀ। ਜੇ ਸ਼ਹਿਰ ਦੇ ਲਾਗੇ ਹੋਊ ਤਾਂ ਜ਼ਿਆਦਾ ਨੁਕਸਾਨ ਹੋਊਗਾ, ਜੇ ਸ਼ਹਿਰ ਤੋਂ ਦੂਰ ਹੋਊਗਾ ਤਾਂ ਆਪਾਂ ਉਹਨੂੰ ਕੰਟਰੋਲ ਕਰ ਸਕਦੇ ਹਾਂ ਕਿਸੇ ਤਰੀਕੇ ਦੇ ਨਾਲ, ਅਤੇ ਨੁਕਸਾਨ ਹੋਊਗਾ ਵੀ ਘੱਟ ਹੋਊਗਾ। ਅਵੇਲੇਬਿਲਿਟੀ ਆਫ ਵਾਟਰ ਤਾਂ ਇਹਦਾ ਬਹੁਤ ਜ਼ਰੂਰੀ ਚੀਜ਼ ਹੈ, ਬਿਕੋਜ਼ ਵਾਟਰ ਨੂੰ ਤਾਂ ਆਪਾਂ ਬੋਇਲ ਕਰਨਾ, ਜੇ ਆਪਾਂ ਨੂੰ ਬੋਇਲ ਕਰਨਾ ਜਿੱਥੋਂ ਆਪਾਂ ਸਟੀਮ ਬਣਾਉਣੀ ਉਹੀ ਨਾ ਮਿਲੀ ਤਾਂ ਉਹਦਾ ਫਾਇਦਾ ਕੀ। ਕਾਸਟ ਆਫ ਲੈਂਡ ਵੀ ਆ ਜਾਂਦੀ ਆ ਆਪਾਂ ਨੂੰ ਮੇਨ, ਇਹ ਵੀ ਕੰਸੀਡਰੇਸ਼ਨ ਆ ਜਾਂਦੀ ਹੈ, ਬਿਕੋਜ਼ ਇਨੀਸ਼ੀਅਲ ਕਾਸਟ ਜ਼ਿਆਦਾ ਹੁੰਦੀ। ਜੇ ਲੈਂਡ ਦੀ ਕਾਸਟ ਵੀ ਜ਼ਿਆਦਾ ਹੋਊਗੀ ਤਾਂ ਆਪਾਂ ਨੂੰ ਉਹ ਨੈਗੇਟਿਵ ਚੀਜ਼ ਆ ਜਾਣੀ ਹੈ। ਡਿਸਪੋਜ਼ਲ ਡਿਫੀਕਲਟੀ ਜਿਹੜੀ ਆ ਉਹ ਵੀ ਹੋਣੀ ਚਾਹੀਦੀ ਹੈ, ਤਾਂ ਯਾਨੀ ਕਿ ਜਗ੍ਹਾ ਥੋੜ੍ਹੀ ਜ਼ਿਆਦਾ ਹੋਣੀ ਚਾਹੀਦੀ ਤਾਂ ਕਿ ਡਿਸਪੋਜ਼ ਉੱਥੇ ਕਰ ਸਕੀਏ ਆਪਾਂ। ਬੇਰਿੰਗ ਕਪੈਸਿਟੀ ਵੀ ਹੋਣੀ ਚਾਹੀਦੀ ਹੈ ਸੋਇਲ, ਤਾਂ ਕਿ ਪਲਾਂਟ ਜਿਹੜਾ ਲੱਗਣਾ ਉਹਦੀ ਜਿਹੜੀ ਆ ਸੋਇਲ ਉਹਨੂੰ ਜਿਹੜੀ ਆ ਹੋਲਡ ਕਰਕੇ ਰੱਖ ਸਕੇ ਪਲਾਂਟ ਦੇ ਭਾਰ ਨੂੰ। ਲੋਡ ਸੈਂਟਰ ਦੇ ਨੇੜੇ ਹੋਣਾ ਚਾਹੀਦਾ, ਠੀਕ ਆ। ਏਰੀਆ ਪਾਪੂਲੇਟਡ ਏਰੀਆ ਤੋਂ ਦੂਰ ਹੋਣਾ ਚਾਹੀਦਾ, ਲੋਡ ਸੈਂਟਰ ਜਿਹੜਾ ਨੇੜੇ ਹੋਣਾ ਚਾਹੀਦਾ, ਤਾਂ ਕਿ ਜਿਹੜੀ ਟਰਾਂਸਮਿਸ਼ਨ ਲਾਈਨਸ ਆ ਉਹਨਾਂ ਦੀ ਕਾਸਟ ਆਪਾਂ ਨੂੰ ਘੱਟ ਜਾਵੇ, ਕਿਉਂਕਿ ਜੇ ਲੋਡ ਸੈਂਟਰ ਦੂਰ ਹੋਊਗਾ ਤਾਂ ਟਰਾਂਸਮਿਸ਼ਨ ਲਾਈਨ ਦੀ ਕਾਸਟ ਵੀ ਆਪਾਂ ਨੂੰ ਉਨੀ ਇਨਕਰੀਜ਼ ਹੋ ਜਾਣੀ ਆ। ਬਾਕੀ ਜਿਹੜੀ ਫਿਊਚਰ ਐਕਸਪੈਂਸ਼ਨ ਵਾਸਤੇ ਵੀ ਕੁਛ ਲੈਂਡ ਜਿਹੜਾ ਨਾ ਅਵੇਲੇਬਲ ਹੋਣਾ ਚਾਹੀਦਾ, ਤਾਂ ਕਿ ਜੇ ਮੈਂ ਇੱਕ ਯੂਨਿਟ ਹੋਰ ਲਾਉਣਾ, ਰਿਐਕਟਰ ਹੋਰ ਲਾਉਣਾ, ਮੈਂ ਉੱਥੇ ਲਾ ਸਕਾਂ। ਸਟਾਫ ਦੀ ਟਰਾਂਸਪੋਰਟੇਸ਼ਨ ਦੀ ਫੈਸਿਲਿਟੀ ਵੀ ਹੋਣੀ ਚਾਹੀਦੀ, ਬਿਕੋਜ਼ ਸਟਾਫ ਜਿਹੜਾ ਉਹੀ ਮੇਨ ਹੁੰਦਾ। ਜੇ ਮੰਨ ਲਓ ਕੋਈ ਐਮਰਜੈਂਸੀ ਆਉਂਦੀ ਆ ਤਾਂ ਇਹ ਨਾ ਹੋਵੇ ਬੰਦੇ ਨੂੰ 200 ਕਿਲੋਮੀਟਰ ਤੋਂ ਆਉਣਾ ਪਵੇ, ਨੇੜੇ ਤੇੜੇ ਸਟਾਫ ਦੇ ਟਰਾਂਸਪੋਰਟੇਸ਼ਨ ਦੀ ਜਿਹੜੀ ਫੈਸਿਲਿਟੀ ਹੋਣੀ ਹੀ ਚਾਹੀਦੀ ਆ ਉੱਥੇ ਦੀ। ਸੋ ਥੈਂਕ ਯੂ। ਇਹ ਸੀ ਆਪਣਾ ਨਿਊਕਲੀਅਰ ਪਾਵਰ ਪਲਾਂਟ ਦਾ ਟੌਪਿਕ। ਇਹਦੇ ਨਾਲ ਹੀ ਆਪਣੇ ਜਿਹੜੇ ਪਾਵਰ ਪਲਾਂਟ ਜਿਹੜੇ ਆ ਉਹ ਆਪਾਂ ਸਾਰੇ ਜਿਹੜੇ ਆ ਡਿਸਕਸ ਕਰ ਲਏ ਆ। ਇਸ ਤੋਂ ਬਾਅਦ ਆਪਾਂ ਕਰਾਂਗੇ ਇਕਨੋਮਿਕਸ ਆਫ ਪਾਵਰ ਜਨਰੇਸ਼ਨ, ਯਾਨੀ ਕਿ ਜਦੋਂ ਆਪਾਂ ਮੰਨ ਲਓ ਇੱਕ ਨਵਾਂ ਪਾਵਰ ਪਲਾਂਟ ਲਾਉਂਦੇ ਹਾਂ ਤਾਂ ਆਪਾਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਹਨੂੰ ਕੰਸੀਡਰ ਕਰਨਾ। ਥੈਂਕ ਯੂ।